ਜੇ ਕਿਤੇ 328 ਗੋਲਕਾਂ ਗੁਰਦੁਆਰਾ ਸਾਹਿਬ ਦੇ ਵਿੱਚੋਂ ਗਾਇਬ ਹੋ ਜਾਂਦੀਆਂ, ਲਾਪਤਾ ਹੋ ਜਾਂਦੀਆਂ ਜਾਂ ਕੋਈ ਸੱਜਣ ਨਿੱਜੀ ਤੌਰ ਦੇ ਉੱਪਰ ਕਰ ਜਾਂਦਾ, ਉਦੋਂ ਕਿਸੇ ਨੇ ਨਹੀਂ ਸੀ ਕਹਿਣਾ ਵੀ ਇਹ ਨਿੱਜੀ ਬੰਦੇ ਦੀ ਜਿਹੜੀ ਇਹ ਬੇਈਮਾਨੀ ਹੈ, ਇਸ ਕਰਕੇ ਕੋਈ ਮੁੱਦਾ ਨਹੀਂ। ਫਿਰ ਭਾਵੇਂ ਬਹੁਤ ਵੱਡੇ ਪੱਧਰ ਦਾ ਮਾਮਲਾ ਜਾਂਦਾ। ਤੁਹਾਨੂੰ ਲੱਗਦਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਐਸਾ ਮਾਹੌਲ ਬਣ ਜਾਵੇਗਾ ਜਿਹੜਾ ਮਾਹੌਲ ਵਿਸ਼ਵ ਪੱਧਰ ਦੇ ਉੱਪਰ ਸਿੱਖ ਕੌਮ ਦੀ ਖੇਤੀ ਕਰਵਾ ਦੇਗਾ? ਸਾਨੂੰ ਇਸ ਚੀਜ਼ ਦਾ ਭੋਰਾ ਜਿੰਨਾ ਵੀ ਵਿਸ਼ਵਾਸ ਨਹੀਂ ਕਿ ਇਹ ਨਰੇਣੂ ਮੰਤਾਂ ਵਾਲੇ ਕੰਮ ਜਿਹੜੇ ਕਰ ਜਾਣਗੇ। ਇੱਕ ਇਹਨਾਂ ਦਾ ਇਹ ਵੀ ਕਲੀਅਰ ਹੋਇਆ ਵੀ ਇੱਕ ਟਰੱਕ ਜਿਹੜਾ ਉਹਦਾ ਟਰੰਕ ਬਣਾਇਆ ਗਿਆ, ਕੋਈ ਬੀੜੀਆਂ ਵਾਲਿਆਂ ਦੇ ਹੱਥ 'ਚ ਜਹਾਜ਼ ਤੇ ਬੀੜੀਆਂ ਵਾਲੇ ਤਮਾਕੂ ਵਾਲੇ ਉਹਨਾਂ ਦੇ ਹੱਥ 'ਚ ਮਹਾਰਾਜ ਦੇ ਸਰੂਪ ਤੁਸੀਂ ਜਿਹੜੇ ਬੱਸ ਜਿਹੜੀ ਆ ਉੱਥੇ ਫੜਾਤੀ ਵੀ ਗੁਰੂ ਸਾਹਿਬ ਦਾ ਜੋ ਪੈਸੇ ਵੱਟੇ ਸੀ ਉਹ ਪੈਸੇ ਖਾ ਗਿਆ ਗੁਰੂ ਸਾਹਿਬ ਦੇ। ਲਲਕਾਰ ਕੇ ਕਹਿੰਦਾ ਮੈਂ ਇਸ ਗੱਲ ਨੂੰ ਵੀ ਜੁੱਤੀ ਉਹਨਾਂ ਨੂੰ ਉਹ ਵਾਹੁਣੀ ਆ ਵੀ ਉਹ ਯਾਦ ਪਿਆ ਕਰਨ, ਮਾਰਨੇ ਨਹੀਂ ਆ। ਸੀਐਸ ਸਟਾਫ ਬਣਾਇਆ ਗਿਆ, ਮੈਂ ਤਾਂ ਵੇਖਿਆ ਹੈਰਾਨ ਹੋ ਗਿਆ ਇਸ ਗੱਲ ਦਾ ਵੀ ਕਿਤੇ ਸਿੱਖ ਨਾ ਸਿੱਖ ਵੀ ਇਹ ਕੰਮ ਕਰ ਸਕਦਾ ਜੀ ਭਾਈ ਸਾਹਿਬ। ਕੋਈ ਨਾ ਲਲਕਾਰੇ ਮਾਰ ਕਿਹਾ ਵੀ ਜਾਨ ਨਾ ਦਿਓ ਕੋਈ ਵੀ, ਇਹ ਰਵੇ ਨਾ ਬੰਦਾ ਕੋਈ ਵੀ, ਵੜ ਦੋ ਟੁੱਕ ਦੋ। ਦੇਸ਼ ਵਿਦੇਸ਼ ਦੀਆਂ ਸਾਰੀਆਂ ਹੀ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦਾ ਹਾਂ ਦਰਸ਼ਕੋ ਤੁਹਾਡੇ ਪਸੰਦੀਦਾ ਪ੍ਰੋਗਰਾਮ ਵਿੱਚ, ਔਰ ਤੁਹਾਡੀ ਸੇਵਾ ਦੇ ਵਿੱਚ ਤੁਹਾਡਾ ਆਪਣਾ ਹਰਪ੍ਰੀਤ ਸਿੰਘ ਮੱਕੂ ਹਾਜ਼ਰ ਹੈ। ਦਰਸ਼ਕੋ, ਜਿਵੇਂ ਤੁਹਾਨੂੰ ਪਤਾ ਹੈ ਕਿ ਕੋਈ ਵੀ ਮਾਮਲਾ ਕੌਮ ਦੇ ਵਿੱਚ ਆ ਜਾਂਦਾ ਹੈ, ਸਮਾਜ ਦੇ ਵਿੱਚ ਆ ਜਾਂਦਾ, ਭਾਵੇਂ ਰਾਜਨੀਤੀ ਦੀ ਦੁਨੀਆ ਦੇ ਵਿੱਚ ਆ ਜਾਂਦਾ, ਤੁਸੀਂ ਅਕਾਲ ਚੈਨਲ ਦੇ ਉੱਪਰ ਉਹ ਚੀਜ਼ ਦੇਖਦੇ ਹੋ ਕਿਉਂਕਿ ਸਾਡੀਆਂ ਟੀਮ ਵਿਸ਼ਵ ਭਰ ਦੇ ਅੰਦਰ ਆਪਣਾ ਵਰਕ ਕਰਦੀਆਂ ਨੇ ਔਰ ਪਲ ਪਲ ਦੀ ਖਬਰ ਅਸੀਂ ਤੁਹਾਨੂੰ ਅਪਣਾਉਣ ਦਾ ਯਤਨ ਕਰਦੇ ਹਾਂ। ਪਿਛਲੇ ਦਿਨਾਂ ਦੇ ਵਿੱਚ 328 ਸਵਰੂਪ ਲਾਪਤਾ ਮਾਮਲੇ ਦੇ ਵਿੱਚ ਸਤਕਾਰ ਕਮੇਟੀਆਂ ਦੇ ਨੁਮਾਇੰਦਿਆਂ ਨੇ 7 ਮੈਂਬਰੀ ਕਮੇਟੀ ਬਣਾ ਕੇ ਅਰਦਾਸ ਕਰਕੇ ਮੋਰਚਾ ਆਰੰਭ ਕਰ ਦਿੱਤਾ ਸੀ, ਜਿਸ ਮੋਰਚੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਕਰਾਰ ਦੇ ਨਾਲ ਉੱਥੋਂ ਚੁਕਵਾਇਆ ਗਿਆ। ਸਿੰਘਾਂ ਦੇ ਸੱਟਾਂ ਲੱਗੀਆਂ ਔਰ ਮੈਂ ਚਾਹੁੰਦਾ ਸਾਂ ਕਿ ਇਹ ਸਾਰਾ ਮਾਮਲਾ ਤੁਹਾਡੀ ਨਜ਼ਰ ਦੇ ਅੰਦਰ ਉਹਨਾਂ ਵੀਰਾਂ ਵੱਲੋਂ ਹੀ ਰਖਵਾਇਆ ਜਾਵੇ ਜਿਹੜੇ ਵੀਰ 7 ਮੈਂਬਰੀ ਕਮੇਟੀ ਦੇ ਵਿੱਚ ਵੀ ਨੇ, ਮੌਕੇ ਤੇ ਮੌਜੂਦ ਵੀ ਸਨ ਔਰ ਸਾਰਾ ਮਾਮਲਾ ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚ ਰਿਹਾ। ਔਰ ਇਹਨਾਂ ਵੀਰਾਂ ਦਾ ਕਹਿਣਾ ਹੈ, ਜੋ ਬੜਾ ਕਲੀਅਰ ਕੱਟ ਇਹ ਸੱਜਣ ਕਹਿ ਰਹੇ ਨੇ, ਇਹ ਕਹਿੰਦੇ ਵੀ ਅਸੀਂ ਕਿਸੇ ਨੂੰ ਨਹੀਂ ਕਹਿੰਦੇ ਵੀ ਸਾਡੇ ਪੱਖ ਦੇ ਵਿੱਚ ਭੁਗਤੋ ਤੇ ਨਾ ਹੀ ਕਿਸੇ ਨੂੰ ਬੇਨਤੀਆਂ ਕਰਾਂਗੇ। ਕਹਿੰਦੇ ਕਿ ਅਸੀਂ ਕਹਿੰਦੇ ਹਾਂ ਕਿ ਉੱਥੇ ਜਿਤਨਾ ਵੀ ਕੰਪਲੈਕਸ ਹੈ, ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਫ਼ਤਰ ਹੈ, ਤੇਜਾ ਸਿੰਘ ਸਮੁੰਦਰੀ ਖਾਲ ਦੇ ਲੰਗਰ ਹਾਲ ਵਾਲੇ ਪਾਸੇ, ਇੱਧਰੋਂ ਸਰਾਮ ਵਾਲੇ ਪਾਸੇ ਜਿਹੜੇ ਕੈਮਰੇ ਨੇ ਉਹਨਾਂ ਦਾ ਰਿਕਾਰਡ ਜਨਤਕ ਕਰ ਦਿੱਤਾ ਜਾਵੇ ਜਾਂ ਉਹਨਾਂ ਦਾ ਰਿਕਾਰਡ ਪ੍ਰਸ਼ਾਸਨ ਨੂੰ ਦੇ ਦਿੱਤਾ ਜਾਵੇ, ਵਕੀਲਾਂ ਦੇ ਇੱਕ ਪੈਨਲ ਨੂੰ ਦੇ ਦਿੱਤਾ ਜਾਵੇ ਤੇ ਉਹਦੇ ਆਧਾਰ ਦੇ ਉੱਪਰ ਕਾਰਵਾਈ ਪਾਈ ਜਾਵੇ। ਜੇ ਤੇ ਸਤਕਾਰ ਕਮੇਟੀਆਂ ਦੋਸ਼ੀ ਨੇ ਇਹਨਾਂ ਦੇ ਉੱਪਰ ਕਾਰਵਾਈ ਹੋਵੇ, ਜੇ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਟਾਸਕ ਫੋਰਸ ਦੇ ਸੱਜਣਾ ਵੱਲੋਂ ਐਸਾ ਹੋਇਆ ਤੇ ਉਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ, ਕਿਉਂਕਿ ਉਹ ਕਿਤੇ ਨਾ ਕਿਤੇ ਏਡੀ ਵੱਡੀ ਸੰਸਥਾ ਦੇ ਬੰਦੇ ਨੇ, ਅਟੈਚ ਨੇ, ਹੁਕਮ ਤੋਂ ਬਿਨਾਂ ਤੇ ਕੁਝ ਹੋ ਨਹੀਂ ਸਕਦਾ। ਸੋ ਇਹਨਾਂ ਵੀਰਾਂ ਦਾ ਇਹ ਕਹਿਣਾ। ਆਓ ਗੱਲਬਾਤ ਕਰਦੇ ਹਾਂ। ਮੇਰੇ ਨਾਲ ਨੇ ਵੀਰ ਦਿਲਬਾਗ ਸਿੰਘ ਜੀ, ਜੱਥਾ ਸਿਰਲੱਥ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ ਔਰ 7 ਮੈਂਬਰੀ ਕਮੇਟੀ ਦੇ ਨੁਮਾਇੰਦੇ ਨੇ। ਆਓ ਵੀਰ ਦੇ ਨਾਲ ਫਤਿਹ ਦੀ ਸਾਂਝ ਕਰਦੇ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਜਦੋਂ ਆਪਾਂ ਗੱਲਬਾਤ ਕਰਦੇ ਹਾਂ ਇਸ ਮਾਮਲੇ ਦੇ ਉੱਪਰ, 328 ਸਵਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਸਾਨੂੰ ਫਿਗਰ ਦਿੱਤੀ ਵੀ ਲਾਪਤਾ ਹੋ ਗਏ। ਲਾਪਤਾ ਤੋਂ ਬਾਅਦ ਉਹ ਕਹਿੰਦੇ ਕਿ ਇਹਨਾਂ ਨੇ ਨਿੱਜੀ ਲਾਲਸਾ ਬਸ ਆ ਕੇ ਉਹ ਸਵਰੂਪ ਵੇਚ ਦਿੱਤੇ, ਰਿਕਾਰਡ ਵਿੱਚ ਚੜਾਏ ਨਹੀਂ। ਇਹ ਕੋਈ ਬੇਅਦਬੀ ਚੋਰੀ ਦਾ ਮਾਮਲਾ ਕਹਿੰਦੇ ਨਹੀਂ ਹੈ। ਪਰ ਜੇ ਕਿਤੇ 328 ਗੋਲਕਾਂ ਗੁਰਦੁਆਰਾ ਸਾਹਿਬ ਦੇ ਵਿੱਚੋਂ ਗਾਇਬ ਹੋ ਜਾਂਦੀਆਂ, ਲਾਪਤਾ ਹੋ ਜਾਂਦੀਆਂ ਜਾਂ ਕੋਈ ਸੱਜਣ ਨਿੱਜੀ ਤੌਰ ਦੇ ਉੱਪਰ ਕਰ ਜਾਂਦਾ, ਉਦੋਂ ਕਿਸੇ ਨੇ ਨਹੀਂ ਸੀ ਕਹਿਣਾ ਵੀ ਇਹ ਨਿੱਜੀ ਬੰਦੇ ਦੀ ਜਿਹੜੀ ਇਹ ਬੇਈਮਾਨੀ ਹੈ, ਇਸ ਕਰਕੇ ਕੋਈ ਮੁੱਦਾ ਨਹੀਂ। ਫਿਰ ਭਾਵੇਂ ਬਹੁਤ ਵੱਡੇ ਪੱਧਰ ਦਾ ਮਾਮਲਾ ਜਾਂਦਾ। ਬਿਲਕੁਲ ਜੀ। ਫਿਰ ਇੱਥੇ ਮੈਂ ਤੁਹਾਡੇ ਨਾਲ ਇਹ ਗੱਲ ਕਰਦਾ ਕਿ ਜਦੋਂ ਤੁਸੀਂ ਅਰਦਾਸ ਕਰਕੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਇਹ ਮੋਰਚਾ ਲਾਇਆ ਸੀ ਤੇ ਮੋਰਚਾ ਨਿਭਦਾ ਪਿਆ ਸੀ, ਕਿ ਤੁਹਾਨੂੰ ਲੱਗਦਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਐਸਾ ਮਾਹੌਲ ਬਣ ਜਾਵੇਗਾ ਜਿਹੜਾ ਮਾਹੌਲ ਵਿਸ਼ਵ ਪੱਧਰ ਦੇ ਉੱਪਰ ਸਿੱਖ ਕੌਮ ਦੀ ਖੇਤੀ ਕਰਵਾ ਦੇਗਾ? ਵਾਹਿਗੁਰੂ, ਇਹ ਗੱਲ ਦਾ ਤਾਂ ਬਿਲਕੁਲ ਹੀ ਸਾਨੂੰ ਇਸ ਚੀਜ਼ ਦਾ ਭੋਰਾ ਜਿੰਨਾ ਵੀ ਵਿਸ਼ਵਾਸ ਨਹੀਂ ਕਿ ਇਹ ਨਰੇਣੂ ਮੰਤਾਂ ਵਾਲੇ ਕੰਮ ਜਿਹੜੇ ਕਰ ਜਾਣਗੇ।
ਕਿਉਂਕਿ ਇਹਨਾਂ ਨਾਲ ਬੈਠਕਾਂ ਵੀ ਹੁੰਦੀਆਂ ਰਹੀਆਂ ਸਾਡੀਆਂ, ਬੈਠਦੇ ਰਹੇ ਅਸੀਂ ਆਪਣੇ ਤੌਰ ਤੇ। ਇਹ ਸਾਨੂੰ ਇੰਨੀ ਗੱਲ ਅੱਗੋਂ ਕਹਿੰਦੇ ਵੀ ਰਹੇ, ਹੁਣ ਗੱਲਾਂ ਚਲੋ ਝੂਠ ਜੋ ਮਰਜ਼ੀ ਬੋਲੀ ਜਾਣ, ਉਹ ਗੁਰੂ ਸਾਹਿਬ ਜਾਣਦੇ ਨੇ। ਇਹ ਸਾਨੂੰ ਇੰਦੇ ਵੀ ਇੰਨਾ ਵੀ ਕਹਿੰਦੇ ਰਹੇ ਵੀ ਥੋੜਾ ਟਾਈਮ ਦਿਓ ਸਾਨੂੰ, ਅਸੀਂ ਸਾਰਾ ਜਿਹੜਾ ਵਾ ਦੋਸ਼ੀਆਂ ਨੂੰ ਸਜ਼ਾ ਵੀ ਦਵਾ ਦਾਂਗੇ, ਸਾਨੂੰ ਅੰਤਰੰਗ ਕਮੇਟੀ ਜਿਹੜੀ ਉਹ ਬਹਾ ਲੈਣ ਦਿਓ, ਇਹ ਬਹਾ ਕੇ ਅਸੀਂ ਸਾਰਾ ਕਰਕੇ ਫੈਸਲਾ, ਇਹ ਤੁਹਾਡੇ ਪੱਖ 'ਚ ਚੰਗਾ ਹੋਇਆ ਤੁਸੀਂ ਆ ਗਏ ਜੋ। ਇਹ ਜਿਹੜਾ ਤੁਸੀਂ ਵੀ ਮੇਰੇ ਹਿਸਾਬ ਨਾਲ ਉਦੋਂ ਨਾਲ ਹੋ, ਜਿਹੜੀ ਇਹ ਗੱਲ ਹੋਈ ਆ ਵੀ ਚੰਗਾ ਹੋਇਆ ਤੁਸੀਂ ਆ ਗਏ ਜੋ ਫਸਟ ਮੀਟਿੰਗ ਤੇ, ਵੀ ਚੰਗਾ ਹੋਇਆ ਤੁਸੀਂ ਆ ਗਏ, ਸਾਨੂੰ ਇੱਕ ਮੁੱਦਾ ਜਿਹੜਾ ਵਾ ਮਿਲ ਗਿਆ ਵਾ ਵੀ ਇਹਦੇ ਨਾਲ ਇਹ ਆ ਵੀ ਅਸੀਂ ਹੁਣ ਕਾਰਵਾਈ ਕਰ ਸਕਦੇ ਹਾਂ। ਇਹਨਾਂ ਬੰਦਿਆਂ ਨੇ ਅਸੀਂ ਬੈਠੇ ਰਹੇ ਘੱਟ ਤੋਂ ਘੱਟ ਵੀ ਵੇਖੋ ਘੱਟ ਤੋਂ ਘੱਟ 6-7 ਬਾਬਾ ਸੁਰ ਸਿੰਘ ਵਾਲਿਆਂ ਵੀ ਮੀਟਿੰਗ ਰੱਖੀ, ਉਹਨਾਂ ਨਾਲ ਵੀ ਅਸੀਂ ਬੈਠੇ, ਹੋਰ ਵੀ ਬੜੀਆਂ ਮੀਟਿੰਗਾਂ ਜਿਹੜੀਆਂ ਇਹਨਾਂ ਸਾਡੇ ਨਾਲ ਕੀਤੀਆਂ, ਪਰ ਕਿਸੇ ਵੀ ਜਿਹੜਾ ਤਰ੍ਹਾਂ ਇਹਨਾਂ ਬੰਦਿਆਂ ਨੇ ਸਾਨੂੰ ਨਿਆਂ ਨਹੀਂ ਦਿੱਤਾ। ਅਸੀਂ ਫੇਰ ਵੀ ਸ਼ਾਂਤਮਈ ਬੈਠੇ ਰਹੇ, ਆਪਣਾ ਜੋ ਵੀ ਗੁਰੂ ਸਾਹਿਬ ਦਾ ਬਾਣੀ ਪੜ੍ਹਦੇ ਰਹੇ, ਜਿੰਨੇ ਵੀ ਸਿੰਘ ਸਾਰੇ, ਤੇ ਕਵੀਸ਼ਰੀ ਜਥੇ ਲੱਗਦੇ ਰਹੇ, ਬਾਹਰੋਂ ਆ ਕੇ ਸੰਗਤਾਂ ਹਾਜ਼ਰੀਆਂ ਵੀ ਭਰਦੀਆਂ ਰਹੀਆਂ, ਪਰ ਸਾਡੇ 'ਚੋਂ ਕੋਈ ਇਹੋ ਜਿਹਾ ਕੋਈ ਬੰਦਾ ਨਹੀਂ ਸੀ ਵੀ ਜਿਹਨੇ ਕੋਈ ਤਲਵਾਰ ਕੱਢ ਕੇ ਜਾਂ ਕੋਈ ਉਹੋ ਜਿਹੀ ਹਰਕਤ ਜਾਂ ਕਿਸ ਤਰ੍ਹਾਂ ਦੀ ਵੀ। ਇਹਨਾਂ ਬੜੀਆਂ ਹਰਕਤਾਂ ਸਾਡੇ ਨਾਲ ਕੀਤੀਆਂ, ਕਿਉਂਕਿ ਜਿਹੜਾ ਮੌਕੇ ਦੇ ਵਿੱਚ ਲਾਈਟਾਂ ਵੀ ਬੰਦ ਕੀਤੀਆਂ ਗਈਆਂ, ਸਾਡਾ ਪ੍ਰਸ਼ਾਦਾ ਪਾਣੀ ਉਹ ਵੀ ਬੰਦ ਕੀਤਾ ਗਿਆ। ਤੁਸੀਂ ਪਹਿਲੇ ਦਿਨ ਵੇਖੋ ਟੀਨਾਂ ਵੀ ਲਾਈਆਂ ਗਈਆਂ, ਤੇ ਕੀ ਕੁਝ ਇਹਨਾਂ ਜਿਹੜਾ ਵਾ ਮਤਲਬ ਸਾਡੇ ਨਾਲ ਕੀਤਾ, ਪਰ ਅਸੀਂ ਉਸ ਚੀਜ਼ ਦਾ ਇਹਨਾਂ ਨੂੰ ਕੋਈ ਉਹੋ ਜਿਹਾ ਹੰਗਾਰਾ ਨਹੀਂ ਅੱਗੋਂ ਦਿੱਤਾ ਜੋ ਚੀਜ਼ਾਂ ਇਹ ਚਾਹੁੰਦੇ ਸੀ ਵੀ ਸਾਡੇ ਗਲ ਪੈਣ ਜਾਂ ਕੋਈ ਬਹਾਨਾ ਬਣੇ ਸਾਡਾ। ਅਸੀਂ ਹੱਥ ਜੋੜ ਕੇ ਬੇਨਤੀਆਂ ਇਹਨਾਂ ਨੂੰ ਕਰਦੇ ਰਹੇ ਪਹਿਲੇ ਦਿਨੋਂ ਵੀ ਭਾਈ ਸਾਹਿਬ ਜਿਹੜਾ ਸਤਿਗੁਰ ਦੇ ਜੇ ਤਾਂ ਅਸੀਂ ਗਲਤ ਬੈਠੇ ਹਾਂ ਤਾਂ ਸਾਨੂੰ ਗਲਤ ਸਾਬਤ ਕਰ ਦਿਓ, ਕਿਉਂਕਿ ਅਸੀਂ ਤਾਂ ਆਪਣੇ ਸਤਿਗੁਰ ਦਾ ਹਿਸਾਬ ਲੈਣ ਆਏ ਹਾਂ ਕਿ ਕਦੀ ਇਹ ਤਾਂ ਸੁਣਿਆ ਸੀ ਵੀ ਕੋਈ ਗੋਲਕ ਖਾ ਗਿਆ, ਕਦੀ ਗੁਰੂ ਘਰ ਦਾ ਕੋਈ ਖਜ਼ਾਨਾ ਖਾ ਗਿਆ, ਜਾਂ ਕੋਈ ਗੁਰੂ ਘਰ ਦੀ ਰਸਤ ਖਾ ਗਿਆ। ਇੱਕ ਇਹਨਾਂ ਦਾ ਇਹ ਵੀ ਕਲੀਅਰ ਹੋਇਆ ਵੀ ਇੱਕ ਟਰੱਕ ਜਿਹੜਾ ਉਹਦਾ ਟਰੰਕ ਬਣਾਇਆ ਗਿਆ, ਉਹ ਵੀ ਕਲੀਅਰ ਹੋ ਗਿਆ ਇਹਨਾਂ ਦਾ। ਪਰ ਉਹ ਚੀਜ਼ਾਂ ਅਸੀਂ ਨਹੀਂ ਉਸ ਚੀਜ਼ ਮੁੱਦੇ ਤੇ ਬੈਠੇ, ਅਸੀਂ ਤੇ ਇੱਕ ਗੁਰੂ ਸਾਹਿਬ ਕਰਕੇ ਜਿਹੜਾ ਇੰਨਾ ਜ਼ਿਆਦਾ ਨਰਾਦਰ ਵੀ ਜਿਹੜੇ 417 ਸਰੂਪ ਤੁਸੀਂ ਬੱਸ ਦੇ ਵਿੱਚ ਭੇਜੇ ਕੈਨੇਡਾ, ਤੇ ਸਤਿਗੁਰ ਦਾ ਉੱਥੇ ਨਰਾਦਰ ਨਹੀਂ ਆ। ਪਹਿਲਾਂ ਤਾਂ ਤੁਸੀਂ ਦੇਖੋ ਟਾਸਕ ਫੋਰਸ ਸਾਡੇ ਗੱਲ ਪਵਾਈ ਤੇ ਘੱਟ ਤੋਂ ਘੱਟ 2-3 ਹਜ਼ਾਰ ਬੰਦਾ ਤੁਸੀਂ ਲੈ ਆਏ, ਤੇ ਜਦੋਂ ਗੁਰੂ ਸਾਹਿਬ ਜਾਣੇ ਸੀ ਬੰਬਿਓਂ ਸ਼ਿਪ ਤੇ ਚੜ੍ਹਨੇ ਸੀ, ਉਦੋਂ ਤੁਹਾਡੇ ਕੋਲ 2 ਬੰਦੇ ਨਾ ਹੋਏ ਵੀ ਜਿਹੜੇ ਗੁਰੂ ਸਾਹਿਬ ਦੇ ਨਾਲ ਅਸੀਂ ਬੱਸ ਤੇ ਘੱਲ ਦਈਏ। ਕੋਈ ਬੀੜੀਆਂ ਵਾਲਿਆਂ ਦੇ ਹੱਥ 'ਚ ਜਹਾਜ਼ ਤੇ ਬੀੜੀਆਂ ਵਾਲੇ ਤਮਾਕੂ ਵਾਲੇ ਉਹਨਾਂ ਦੇ ਹੱਥ 'ਚ ਮਹਾਰਾਜ ਦੇ ਸਰੂਪ ਤੁਸੀਂ ਜਿਹੜੇ ਬੱਸ ਜਿਹੜੀ ਆ ਉੱਥੇ ਫੜਾਤੀ, ਤੇ ਅਗਲੇ ਬੰਨੇ ਵੀ ਵੇਖੋ ਕਿੱਡਾ ਜ਼ਿਆਦਾ ਨਰਾਦਰ ਸਤਿਗੁਰ ਦਾ। ਦੁੱਕੀ ਦੇ ਬੰਦਿਆਂ ਦੀ ਗੱਲ ਨਹੀਂ, ਅੱਗੇ ਸਤਿਗੁਰ ਜਿਹੜੇ ਆ ਦੁੱਕੀ ਦੇ ਬੰਦਿਆਂ ਨੂੰ ਅੱਗੇ ਮਹਾਰਾਜ ਆਪ ਡੀਕਦੇ ਰਹੇ 1.5-2 ਮਹੀਨੇ, ਤੇ ਉੱਥੇ ਹੀ ਸਤਿਗੁਰ ਦੇ ਰਹੇ ਸਰੂਪ ਜਿਹੜੇ ਆ ਉਹ ਸਲਾਬੇ ਗਏ। ਇੰਨਾ ਜ਼ਿਆਦਾ ਨਰਾਦਰ ਆਮ ਸਿੰਘ ਆਏ, ਕਿਤੇ ਉਹਨਾਂ ਵੇਖਿਆ ਵੀ ਇੰਨੇ ਚਿਰ ਦੀ ਬੱਸ ਜਿਹੜੀ ਪੰਜਾਬ ਦੀ ਖਲੋਤੀ ਆ, ਉਹਨਾਂ ਸਿੰਘਾਂ ਨੇ ਆ ਕੇ ਵੀ ਉੱਥੋਂ ਜਿਹੜਾ ਬੱਸ ਜਿਹੜੀ ਅੱਗੇ ਪਿੱਛੇ ਕੀਤੀ। ਇਹ ਤੋਂ ਵੱਡਾ ਦੱਸੋ ਵੀ ਗੁਰੂ ਸਾਹਿਬ ਦਾ ਨਰਾਦਰ ਕੋਈ ਭਾਈ ਸਾਹਿਬ ਹੈਗਾ ਵੀ ਤੂੰ ਕਹਿੰਦਾ ਨਰਾਦਰ ਕੋਈ ਨਹੀਂ ਹੋਇਆ। ਦੂਜੀ ਗੱਲ ਇਹਨੇ ਆਪਣੀ ਬਿਲਡਿੰਗ ਦੇ ਵਿੱਚ ਵੇਖੋ ਫਿਰ ਕਹੀ, ਅਸੀਂ ਬਾਰ-ਬਾਰ ਉਹ ਗੱਲ ਕਰਦੇ ਹਾਂ, ਕਹਿੰਦੇ ਵੀ ਕੋਈ ਨਰਾਦਰ ਨਹੀਂ ਹੋਇਆ, ਇਹ ਗੁਰੂ ਸਾਹਿਬ ਜਿਹੜੇ ਸੀ ਨਾ ਉਹਨਾਂ ਨੂੰ ਵੇਚ ਕੇ ਜਿਹੜੇ ਬਿਲਡਿੰਗ ਵੇਖੋ ਇਹਨਾਂ ਦੀ, ਇਹਨਾਂ ਦੇ ਮੂੰਹ 'ਚ ਕੀੜੇ ਪੈ ਜਾਣਾ, ਇਹਨਾਂ ਦੀ ਬਿਲਡਿੰਗ ਵੇਖੋ ਵੀ ਗੁਰੂ ਸਾਹਿਬ ਦਾ ਜੋ ਪੈਸੇ ਵੱਟੇ ਸੀ ਉਹ ਪੈਸੇ ਖਾ ਗਿਆ ਗੁਰੂ ਸਾਹਿਬ ਦੇ। ਅੱਜ ਤੁਸੀਂ ਗੁਰੂ ਸਾਹਿਬ ਦੀ ਭੇਟਾ ਜਿਹੜੀ ਆਪਣੀ ਮਰਜ਼ੀ ਨਾਲ ਨਹੀਂ ਕੋਈ ਸੰਗਤ ਜਿਹੜੀ ਦਿੰਦੀ, ਤੁਸੀਂ ਉਹ ਜਿਹੜੀ ਆ ਉਹ ਵੇਚਣ ਵਾਲਾ ਹਿਸਾਬ ਰੱਖ ਲਿਆ ਵੀ 417 ਸਰੂਪ ਤੁਸੀਂ ਆਪਣੇ ਵੱਲੋਂ ਵੇਚਦੇ, ਅੱਗੇ ਭਾਵੇਂ ਕੋਈ ਆਇਆ ਲੈਣ ਜਾਂ ਨਹੀਂ ਆਇਆ। ਤੁਸੀਂ ਇੰਨੇ ਮਤਲਬ ਜਿਹੜੀਆਂ ਨਗੇਲੀਆਂ ਜਿਹੜੀਆਂ ਸਾਡੀ ਮਿੰਨੀ ਪਾਰਲੀਮੈਂਟ ਆ, ਐਡੀਆਂ ਜ਼ਿਆਦੀਆਂ ਨਗੇਲੀਆਂ, ਫਿਰ ਕਿੱਦਾਂ ਠੋਕ ਕੇ ਕਹਿੰਦੇ ਆ। ਕੱਲ ਸਿੰਘ ਸਾਹਿਬ ਨੇ ਇੰਨੀ ਵੀ ਗੱਲ ਕਹੀ ਆ ਵੀ ਕੁੱਤੇ ਦੀ ਬਿਰਤੀ ਨਾ ਰੱਖੋ, ਸ਼ੇਰ ਦੀ ਰੱਖੋ। ਤੁਸੀਂ ਮਗਰ ਵੇਖਿਆ ਕਰੋ ਇਹਨਾਂ ਦੇ ਕੌਣ ਆ। ਇਹਦਾ ਮਤਲਬ ਫਿਰ ਆਪਣੇ ਬੰਦੇ ਨੂੰ ਕੁੱਤੇ ਕਹਿੰਦਾ ਹੋਇਆ ਵੀ ਤੁਸੀਂ ਇਹਨਾਂ ਦੇ ਡਾਂਗ ਦੇ ਗਲ ਪੈ ਗਏ। ਪਹਿਲੀ ਗੱਲ ਤਾਂ ਮੈਨੂੰ ਇਸ ਚੀਜ਼ ਦਾ ਜਵਾਬ ਦੇਵੇ ਵੀ ਜਦੋਂ ਸਾਡੇ ਕੋਈ ਪਿੱਛੇ ਪਾਵ ਰਿਹਾ, ਤੁਸੀਂ ਡਾਂਗ ਦੇ ਗਲ ਪੈਂਦੇ ਤਾਂ ਮਤਲਬ ਤੁਸੀਂ ਕੁੱਤੇ ਹੋ ਗਏ। ਫਿਰ ਸ਼ੇਰ ਬਿਰਤੀ ਮੈਂ ਦੱਸਦਾ ਕੌਣ ਸੀ। ਸ਼ੇਰ ਬਿਰਤੀ ਅਸੀਂ ਹਾਂ। ਅਸੀਂ ਜਿੰਨਾ ਸਾਨੂੰ ਡਾਂਗਾ ਮਾਰੀਆਂ, ਮੈਂ ਬਾਹਰ ਨਿਕਲ ਕੇ ਬਿਆਨ ਦਿੱਤਾ ਵੀ ਇਹਨਾਂ ਵੀਰਾਂ ਨਾਲ ਸਾਡੀ ਕੋਈ ਰੰਜਿਸ਼ ਨਹੀਂ ਜੀ, ਮੇਰਾ ਬਿਆਨ ਵੇਖ ਸਕਦੇ ਨੇ। ਠੀਕ ਹੈ, ਜਿਹੜੇ ਇਹਨਾਂ ਦੇ ਉੱਤੇ ਆ ਅਸੀਂ ਉਹ ਨਹੀਂ ਜੋ ਛੱਡਣੇ। ਮੈਂ ਅੱਜ ਵੀ ਕਹਿੰਦਾ, ਲਲਕਾਰ ਕੇ ਕਹਿੰਦਾ ਮੈਂ ਇਸ ਗੱਲ ਨੂੰ ਵੀ ਜੁੱਤੀ ਉਹਨਾਂ ਨੂੰ ਉਹ ਵਾਉਣੀ ਆ ਵੀ ਉਹ ਯਾਦ ਪਿਆ ਕਰਨ, ਮਾਰਨੇ ਨਹੀਂ ਆ। ਜੁੱਤੀ ਉਹ ਵਾਵਾਂਗੇ ਵੀ ਉਹਨਾਂ ਦੀ ਯਾਦ ਪਿਆ ਕਰਨਗੇ, ਪੁਸਤਾਂ ਵੀ ਯਾਦ ਕਰਨਗੇ ਵੀ ਜਿਹੜੀਆਂ ਸੰਗਤਾਂ ਦੇ ਉੱਤੇ ਜਿਹੜਾ ਕੋਈ ਹਿਸਾਬ ਪੁੱਛਦਾ ਗੁਰੂ ਘਰ ਦਾ ਜਾਂ ਕੋਈ ਵੀ ਹਿਸਾਬ ਪੁੱਛਣ ਆਉਂਦਾ ਵਾ, ਉਹਦੇ ਵਾਲ ਖਿਲਾਰੇ ਜਾਂਦੇ ਆ, ਉਹਦੇ ਕੇਸਾਂ ਦੀ ਬੇਅਦਬੀ ਕੀਤੀ ਜਾਂਦੀ ਆ, ਉਹਦਾ ਬਹੁਤ ਬੁਰਾ ਹਾਲ ਜਿਹੜਾ ਵਾ ਇਹਨਾਂ ਨਰੈਣੂ ਮੰਤਾਂ ਦਾ। ਕੀ ਇਹਨਾਂ ਜੀ ਭਾਈ ਸਾਹਿਬ ਸੀਏ ਸਟਾਫ ਬਣਾਇਆ ਹੈਗਾ, ਉਹ ਸੀਏ ਸਟਾਫ ਬਣਾਇਆ ਹੈਗਾ। ਮੈਂ ਤਾਂ ਵੇਖਿਆ ਹੈਰਾਨ ਹੋ ਗਿਆ ਇਸ ਗੱਲ ਦਾ ਵੀ ਕਿਤੇ ਸਿੱਖ ਨਾ ਸਿੱਖ ਵੀ ਇਹ ਕੰਮ ਕਰ ਸਕਦਾ ਜੀ ਭਾਈ ਸਾਹਿਬ। ਓਹੋ, ਸਾਨੂੰ ਧੂ ਕੇ ਉਹ ਹਾਲ ਕੀਤਾ ਵੀ ਸਾਨੂੰ ਧੂ ਕੇ ਕੇਸਾਂ ਤੋਂ ਸਾਡੇ ਕਕਾਰ ਰੁਲ ਗਏ, ਉੱਥੇ ਭੈਣਾਂ ਦੇ ਕਕਾਰ ਰੁਲ ਗਏ। ਭਾਈ ਸਾਹਿਬ ਕੇਸ ਸਾਡੇ ਖੋਏ ਗਏ, ਕਿਨੇ ਇਹਨਾਂ ਕੇਸ ਖੋਹ ਤੇ ਸਿਰ 'ਚ ਡਾਂਗਾ ਦੱਸ ਦੇ ਮਾਰੀਆਂ, ਖੀਰ ਤੇ ਰਹਿ ਗਏ ਅਸੀਂ 3 ਸਿੰਘ। ਸਾਡੇ ਸਿਰ 'ਚ ਡਾਂਗਾ ਮਾਰ ਸਿਰ ਸਾਡੇ ਪਾਟੇ, ਬੁਰੇ ਹਾਲ, ਸਾਡੇ ਬੇਹੋਸ਼ ਹੋ ਗਏ ਅਸੀਂ ਮੌਕੇ ਤੇ। ਇੰਨੀ ਗੱਲ ਸਿੰਘਾਂ ਨੇ ਦੱਸਿਆ, ਜਿਹੜੇ ਕੋਈ ਲਾਗੇ ਬਜ਼ੁਰਗ ਖਲੋਤੇ ਸੀ ਬੰਨੇ ਤੇ, ਇੰਨੀ ਗੱਲ ਕਹਿੰਦੇ ਰਹੇ ਵੀ ਇਹਨਾਂ ਬੰਦਿਆਂ ਨੇ 40 ਦਿਨ ਸਿਆਪਣ ਫੜੇ, ਇਹਨਾਂ ਦੀਆਂ ਲੱਤਾਂ ਚੂਰ ਕਰ ਦਿਓ।
ਓ ਹੋ ਇਹ ਆਪਣੀਆਂ ਲੱਤਾਂ ਤੇ ਖੜਨ ਨਾ, ਸਾਲੇ ਕੋਈ ਜਵਾਬ ਲੈਣ ਵਾਲੇ ਜਾਂ ਪੁੱਛਣ ਵਾਲੇ ਰਹਿਣ ਨਾ। ਇਹ ਫੇਰ ਵੇਖੋ ਵੱਡੀ ਬਿਲਡਿੰਗ ਕੀ ਕਰਦੇ ਸੀ, ਤੁਹਾਨੂੰ ਦਿੰਨੇ ਆ ਸਰੂਪਾਂ ਦਾ ਹਿਸਾਬ। ਹਾਂ, ਜਿਹੜੇ ਤੁਸੀਂ ਲੈਣ ਆਏ ਜੋ ਨਾ, ਤੁਹਾਨੂੰ ਅੱਜ ਦਿੰਨੇ ਆ ਸਰੂਪਾਂ ਦਾ ਹਿਸਾਬ, ਅੱਜ ਤੁਹਾਡਾ ਕਲੀਅਰ ਕਰਕੇ ਹੀ ਭੇਜਾਂਗੇ। ਬਿਲਡਿੰਗ ਫੇਰ ਵੇਖੋ ਦੂਜੀ ਬਿਲਡਿੰਗ, ਇਹਨਾਂ ਬੰਦਿਆਂ ਨੂੰ ਭੋਰਾ ਜਿੰਨਾ ਭੈ ਨਹੀਂ ਗੁਰੂ ਸਾਹਿਬ ਦਾ, ਕਹਿੰਦੇ ਸਾਡਾ ਖਾ ਗਏ। ਹਾਂ, ਸਾਡਾ ਖਾ ਗਏ, ਸਾਡੇ ਤੇ ਹੀ ਆ ਗਏ ਹਿਸਾਬ ਪੁੱਛਣ ਸਾਨੂੰ ਹੀ, ਉਦੋਂ ਦਾ ਸਾਡਾ ਖਾਣ ਡੇ ਆ ਵੀ ਗੁਰੂ ਘਰ ਦਾ, ਗੁਰੂ ਰਾਮਦਾਸ ਜੀ ਦਾ ਜਿਹੜਾ ਲੰਗਰ ਆ ਉਹ ਆਪਣੀ ਸਾਰਿਆਂ ਲਈ ਸਾਂਝਾ ਵਿਰਾਸਤ ਜਾਇਦਾਦ ਸਮਝ ਬੈਠੇ ਨੇ। ਇਹ ਬੇਵਕੂਫ ਬੰਦੇ ਨੇ। ਫਿਰ ਵੇਖੋ ਇਹਨਾਂ ਲਲਕਾਰੇ ਮਾਰ ਮਾਰ ਕਿਹਾ ਵੀ ਜਾਨ ਨਾ ਦਿਓ ਕੋਈ ਵੀ, ਇਹ ਰਵੇ ਨਾ ਬੰਦਾ ਕੋਈ ਵੀ, ਵੜ ਦੋ ਟੁੱਕ ਦੋ ਇਹਨਾਂ ਦੇ। ਮੈਂ ਤੇ ਇਹੋ ਬੇਨਤੀ ਕਰਦਾ ਵਾਂ ਵੀ ਪ੍ਰਸ਼ਾਸਨ ਅੱਗੇ ਵੀ ਬੇਨਤੀ ਕਰਦਾ ਤੇ ਆ ਮੀਡੀਆ ਰਾਹੀਂ ਸਤਿਕਾਰਯੋਗ ਸੰਗਤ ਅੱਗੇ ਵੀ ਬੇਨਤੀ ਕਰਦਾ ਕਿ ਝੂਠਾ ਸੱਚਾ ਜੋ ਵੀ ਆ, CCTV ਕੈਮਰੇ ਜਿਹੜੇ ਇਹਨਾਂ ਦੇ ਸਾਰੇ ਲੰਗਰ ਹਾਲ ਤੋਂ ਲੈ ਕੇ, ਅੱਛਾ, ਤੇ ਟੋਟਲੀ ਸਾਰੇ 2 ਕੈਮਰੇ ਬਕਾਇਦਾ ਸਾਡੇ ਉੱਤੇ ਸਿਰ ਦੇ ਲਾਏ ਗਏ। ਹਾਂ, ਜਿੱਥੇ ਸਪੀਕਰ ਲੱਗੇ ਸੀ ਉੱਥੇ, ਠੀਕ ਹੈ, ਉੱਤੇ ਬਕਾਇਦਾ ਵੀ 2 ਕੈਮਰੇ ਜਿਹੜੇ ਮਿੰਟ ਮਿੰਟ ਦੀ ਨਿਗਰਾਨੀ ਸਾਡੀ ਹੁੰਦੀ ਸੀ ਵੀ ਇਹ ਹਰਕਤ ਕੀ ਕਰਦੇ ਨੇ। ਉਹ ਕੈਮਰੇ ਸਿਆਸਤ ਤਹਿਤ ਜਿਹੜਾ ਵਾ ਇਹਨਾਂ ਕੈਮਰਿਆਂ ਨਾਲ ਕੋਈ ਛੇੜਛਾੜ ਪਹਿਲੋਂ 2 ਘੰਟੇ 4 ਘੰਟੇ ਕੀਤੀ। ਅੱਛਾ, ਤੁਹਾਨੂੰ ਕਿਵੇਂ ਪਤਾ ਵੀ ਕੀਤੀ ਹੈ? ਇਹ ਸਾਨੂੰ ਹੁਣ ਉਹ ਕਹਿ ਰਹੇ ਆ ਨਾ। ਕੌਣ ਕਹਿ ਰਿਹਾ? ਇਹ ਕਹਿ ਰਹੇ ਆ ਵੀ ਸਾਡੇ ਕੋਲ ਜਿਹੜੇ ਉਹ ਕੈਮਰੇ ਖਰਾਬ ਹੋ ਗਏ, ਸਾਰਾ ਸਿੱਟ ਖਰਾਬ ਹੋ ਗਿਆ। ਨਹੀਂ, ਜਦੋਂ ਤੇ ਖੋਸੇ ਦੀ ਵੀਡੀਓ ਬਣਾਉਣੀ ਹੈ, ਜਦੋਂ ਉਹਦੇ ਸੈੱਲ ਘਟੇ ਸੀ ਤੇ ਉਹ ਸਹਾਰਾ ਲੈ ਕੇ ਚੱਲਦਾ ਪਿਆ, ਉਦਣ ਤੇ ਕੈਮਰੇ ਇਹਨਾਂ ਦੇ ਵੀਡੀਓ ਬਣਾ ਰਹੇ ਨੇ, ਤੇ ਜਿੱਦਣ ਤੁਹਾਡੇ ਡਾਂਗਾ ਫਿਰਦੀ ਹੈ ਉਦਣ 2 ਘੰਟੇ ਪਹਿਲਾਂ ਕੈਮਰਾ ਖਰਾਬ ਹੋ ਜਾਂਦਾ, 2 ਘੰਟੇ ਬਾਅਦ ਡਾਂਗ ਫਿਰਦੀ ਹੈ। ਇਹ ਕੀ ਮਤਲਬ ਕੀ ਹੈ? ਭਾਈ ਸਾਹਿਬ ਇਸ ਚੀਜ਼ ਦੀ ਮੈਨੂੰ ਵੀ ਸਮਝ ਨਹੀਂ ਲੱਗੀ। ਜਿੱਥੋਂ ਦਾਸ ਦੇ ਗਲ ਪਏ ਨੇ, ਤੁਸੀਂ ਵੇਖਿਆ ਨਾ, ਵਾਰ ਭੱਜ ਕੇ ਕੀਤਾ ਮੇਰੇ ਗੁੱਟ ਤੇ। ਇੱਕ ਸਿੰਘ ਨੇ ਨੀਲਾ ਪਰਨਾ ਬੱਧਾ, ਸਰ ਆਇਆ ਤੁਹਾਡੀ ਪੱਗ ਵਰਗਾ, ਉਹ ਸਿੰਘ ਭੱਜਾ ਆ, ਉਹਨੇ ਮੇਰੇ ਗੁੱਟ ਤੇ ਵਾਰ ਕੀਤਾ, ਮੇਰਾ ਇੱਥੋਂ ਗੁੱਟ ਵੜਤਾ ਉਹਨੇ। ਅੱਛਾ, ਪਹਿਲਾ ਵਾਰ ਉਹਨੇ ਕੀਤਾ। ਜੀ, ਫਿਰ ਚਲੋ ਮੈਂ ਚਾਹਾਂਗਾ ਇਹ ਵੀ ਤੁਸੀਂ ਹਾਂ, ਆਹ ਵੇਖੋ 2 ਥਾਂ ਵੱਢਿਆ ਇਹਨਾਂ ਨੇ, ਇੱਕ ਇੱਥੋਂ ਵੱਢਿਆ ਕਿ ਇੱਥੋਂ, ਇੱਕ ਆ ਬਾਂਹ ਤੋੜੀ ਇੱਥੋਂ। ਅੱਛਾ ਜੀ, ਆ ਬਾਂਹ ਵੀ ਟੁੱਟੀ ਹੈ। ਇਹ ਐਕਸਰਿਆਂ ਦੇ ਵਿੱਚ ਆਈ। ਫਿਰ ਇਹਨਾਂ ਵੇਖੋ ਇੰਨਾ ਜ਼ੋਰ ਪਾਇਆ, ਇਹਨਾਂ 10 ਦਾ ਪਰਚਾ ਨਹੀਂ ਹੋਣ ਦਾ। ਹਾਂ, ਇਹਨਾਂ ਇੰਨੀ ਉੱਥੇ ਕਹਿਤਾ ਡਾਟ ਫੁੱਲ ਡਾਕਟਰਾਂ ਕੋਲ ਲਿਖਵਾਤਾ ਮੇਰਾ। 3 ਥਾਂ ਮੇਰੇ ਸੱਟਾਂ ਵਾ, ਕੱਟ ਲੱਗੇ ਆ। ਇੱਥੇ ਜਿਹੜਾ ਵਾ ਹੱਡੀ ਆ ਵੀ ਵੱਡੀ, ਤਾਂ ਵੀ ਵੱਡੀ ਆ, ਆ ਵੀ ਟੁੱਟੀ ਆ। ਹਾਂ, ਇੱਕ ਡਾਊਟਫੁਲ ਲਿਖਾਤਾ। ਅੱਛਾ, ਇੰਨੀ ਪਾਵਰ ਆ, ਮਤਲਬ ਇਹਨਾਂ ਦੇ ਪਿੱਛੇ ਜਿਹੜੀ ਆ ਉਹ ਡਾਕਟਰਾਂ ਦੀ ਵੀ ਟੀਮ ਜਿਹੜੀ ਆ ਇਹਨਾਂ ਦੀ ਰਲੀ ਹੋਈ। ਉਹ ਅਕਸਰੇ ਅੱਜ ਵੀ ਮੈਂ ਪ੍ਰਾਈਵੇਟ ਹਸਪਤਾਲ ਦੇ ਵੀ ਮੈਥੋਂ ਹੈਗੇ ਤਾਂ ਸਰਕਾਰੀ ਦੇ ਜਿਹੜੇ ਉਹ ਤੇ ਇਹਨਾਂ ਜਮ੍ਹਾਂ ਕਰ ਲਏ ਸੀ। ਪ੍ਰਾਈਵੇਟ ਹਸਪਤਾਲ ਦੇ ਵਿੱਚ ਕਲੀਅਰ ਆ ਸਾਰਾ ਕੁਝ ਵੀ ਜੋ ਪਹਿਲੇ ਦਿਨ ਮੇਰੇ ਐਕਸਰੇ ਹੋਏ। ਉਹ ਵੀ ਵੇਖੋ ਜੋ ਜਿਹੜੀ ਪਾਵਰ ਇਹਨਾਂ ਪੈਸੇ ਦੀ। ਫਿਰ ਦੂਜੀ ਗੱਲ ਵੇਖੋ ਇਹਨਾਂ ਕੀਤੀ ਵੀ ਕੈਮਰੇ ਦੀ ਗੱਲ ਆਪਾਂ ਕਰਦੇ ਆਂ ਵੀ ਕੈਮਰੇ ਜਿਹੜੇ ਜਾਂ ਬੰਦ ਜਾਂ ਮੈਨੂੰ ਨਹੀਂ ਪਤਾ ਬੰਦ ਜਾਂ ਚਾਲੂ, ਪਰ ਖਬਰਾਂ ਚਲਾਈਆਂ ਉਦੋਂ ਕਲੀਅਰ ਫੋਟੋਆਂ ਸਾਡੀਆਂ ਕਿਰਪਾਨ ਫੜੇ ਦੀਆਂ ਕਿੱਦਾਂ ਆ ਗਈਆਂ। ਹਾਂ, ਠੀਕ ਹੈ, ਉਹ ਚੀਜ਼ ਸਮਝਾਉਣ। ਦੂਜੀ ਗੱਲ ਜੇ ਉਹ ਆ ਵੀ ਗਈਆਂ ਤੇ ਉਹਦੇ ਵਿੱਚ ਵੇਖੋ ਵੀ ਇੱਧਰਲੇ ਬੰਨੇ ਝੂਮ ਕਿੰਨਾ। ਸਾਰੇ ਤੁਸੀਂ CCTV ਜਿਹੜੇ ਤੁਸੀਂ ਮੰਨ ਲਓ ਕਿ ਮੀਡੀਆ ਵਾਲੇ ਨੇ ਵੀ ਬਣਾਈਆਂ, ਇੱਧਰਲੀ ਸਾਈਡ ਵੇਖੋ ਤੇ ਅੰਦਰ ਵਾਲੀ ਸਾਈਡ ਵੇਖੋ, ਕੋਈ ਬੰਦਾ ਹੈਗਾ? ਜਿੰਨੇ ਕਿਰਪਾਨਾਂ ਤਲਵਾਰਾਂ ਵਾਲੇ ਮੀਡੀਆ, ਮੈਂ ਤੇ ਇਹੋ ਵੀਰਾਂ ਨੂੰ ਬੇਨਤੀ ਕਰਦਾ, ਜੇ ਕੋਈ ਕਹਿੰਦਾ ਜੇ ਹੁਣ ਆਪਾਂ ਨਿਰਪੱਖ ਇਸ ਵੇਲੇ ਬੈਠੇ ਆ, ਬਿਲਕੁਲ ਜੀ, ਆਪਾਂ ਇੱਕ ਕੈਮਰੇ ਦੇ ਵਿੱਚ ਇਹ ਗੱਲ ਜੇ ਮੈਂ ਕਹਿ ਦਿਆਂ ਤੁਹਾਨੂੰ ਕਿੰਨੀ ਕੁ ਪ੍ਰਮਾਨਗੀ ਹੈ? ਜੇ ਮੈਂ ਇਹ ਗੱਲ ਕਹਿ ਦਿੰਨਾ ਵਾਂ ਕਿ ਪ੍ਰਸ਼ਾਸਨ ਨੂੰ ਬੇਨਤੀ ਹੈ, ਬਿਲਕੁਲ ਜੀ, ਬਈ ਲੰਗਰ ਹਾਲ ਤੋਂ ਲੈ ਕੇ ਬਾਬਾ ਅਟਲ ਰਾਏ ਜੀ ਵਾਲੇ ਪਾਸੇ ਤੱਕ, ਕਿਉਂਕਿ ਇਹ ਪੂਰੀ ਇੱਕ ਆ ਗਿਆ ਸੜਕ ਜਿਹੜੀ ਹੈ, ਜਿੰਨੇ ਵੀ ਕੈਮਰੇ ਲੱਗੇ ਨੇ ਉਹ ਸਾਰਾ ਰਿਕਾਰਡ ਜਿਹੜਾ ਜਨਤਕ ਕੀਤਾ ਜਾਵੇ ਤੇ ਪ੍ਰਸ਼ਾਸਨ ਨੂੰ ਦਿੱਤਾ ਜਾਵੇ, ਤੇ ਪ੍ਰਸ਼ਾਸਨ ਇਹ ਬਕਾਇਦਾ ਲਵੇ, ਤੇ ਉਹਦੇ ਆਧਾਰ ਦੇ ਉੱਪਰ ਜਿਹੜਾ ਵੀ ਦੋਸ਼ੀ ਪਾਇਆ ਜਾਂਦਾ ਹੈ, ਉਹ ਭਾਵੇਂ ਸਤਕਾਰ ਕਮੇਟੀ ਹੈ ਤੇ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਬਿਲਕੁਲ ਉਹਨਾਂ ਤੇ ਕਾਨੂੰਨੀ ਕਾਰਵਾਈ ਹੋਵੇ। ਤੁਹਾਨੂੰ ਪ੍ਰਮਾਣ ਹੈ? ਬਿਲਕੁਲ 100% ਪ੍ਰਮਾਣ ਹੈ ਜੀ। ਅਸੀਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਖੜ ਕੇ ਵੀ ਇਹ ਗੱਲ ਕਹਾਂਗੇ ਵੀ ਜੇ ਸਾਡਾ ਦੋਸ਼ ਆ, ਪ੍ਰਸ਼ਾਸਨ ਤੇ ਜੋ ਸਜ਼ਾ ਦੇਣੀ ਦੇਵੇ, ਉਹਦੀ ਪਰਵਾਹ ਕੋਈ ਨਹੀਂ। ਠੀਕ ਹੈ, ਅਸੀਂ ਸੰਗਤ ਦੇ ਵੀ ਦੇਣਦਾਰ ਹੋਵਾਂਗੇ, ਅਸੀਂ ਸੰਗਤ ਸਾਰੀ ਦੇ ਦੇਣਦਾਰ ਵੀ ਹੋਵਾਂਗੇ। ਜੇ ਅਸੀਂ ਆਪਾਂ ਪ੍ਰੋਗਰਾਮ ਜਿਹੜਾ ਬੜੀ ਦੁਨੀਆ ਦੇਖ ਰਹੀ ਹੈ, ਆਪਣੇ ਬਿਆਨ ਤੇ ਰਹਿਣਾ ਪਊਗਾ ਭਾਈ ਸਾਹਿਬ। ਅਸੀਂ ਤਾਂ ਬਿਆਨ ਦੇ ਚੁੱਕੇ ਅੱਗੇ, ਅਸੀਂ ਤੇ ਅੱਜ ਵੀ ਇਸ ਚੀਜ਼ ਨੂੰ ਕਰਦੇ ਵੀ ਗੁਰੂ ਸਾਹਿਬ ਦੇ ਸਾਹਮਣੇ ਆਲੀ ਹੁਣੀ ਬਹਿ ਜਾਣਾ, ਭੂਰੇ ਹੁਣੀ ਸਾਡੇ ਨਾਲ ਬਹਿ ਜਾਣਾ। ਠੀਕ ਹੈ, ਬਹਿ ਕੇ ਗੁਰੂ ਸਾਹਿਬ ਦੇ ਅਰਦਾਸ ਬੇਨਤੀ ਕਰਕੇ ਕਹਿ ਦੇਣ ਵੀ ਇਹਨਾਂ ਬੰਦਿਆਂ ਦੀ ਗਲਤੀ, ਅਸੀਂ ਦੇਣਦਾਰ ਹਾਂ ਕੌਮ ਦੇ। ਤੁਸੀਂ CCTV ਕੈਮਰੇ ਕਢਵਾਓ, ਉਹਦੇ ਵਿੱਚ ਝੂਮ ਇੱਧਰ ਆਉਂਦਾ ਵਾ ਲੰਗਰ ਹਾਲ ਵੱਲੋਂ, ਝੂਮ। ਅੱਛਾ, ਘੱਟ ਤੋਂ ਘੱਟ 2-2.5 ਹਜ਼ਾਰ ਬੰਦਾ ਜਿਹੜਾ ਝੂਮ ਇੱਕਦਮ ਇਕੱਠਾ ਆਇਆ, ਜਦੋਂ ਖੋਸੇ ਨੂੰ ਚੁੱਕ ਕੇ ਅੰਦਰ ਖੜਿਆ, ਉਹਦੀ ਸਿੰਘਣੀ ਤੇ ਚਪੇੜਾ ਮਾਰੀਆਂ, ਕੇਸਾਂ ਦੇ ਨਰਾਦਰ ਕੀਤੇ, ਬਹੁਤ ਬੁਰਾ ਹਾਲ ਕੀਤਾ ਇਹਨਾਂ। ਜਦੋਂ ਸ਼ਾਂਤ ਢਾਡੀ ਜਥਾ ਲੱਗਾ ਹੋਇਆ ਸੀ, ਇਹ ਜੋੜਿਆਂ ਸਮੇਤ ਅੰਦਰ ਆ ਗਏ।
ਮੈਨੂੰ ਇਹਨਾਂ ਪਛਾਣ ਕਰਤਾ ਭਾਈ ਮਨਜੀਤ ਸਿੰਘ ਝਬਾਲ ਨੇ ਕਿਹਾ ਦਿਲਬਾਗ ਸਿੰਘ ਤੂੰ ਕਾਲਿਆਂ ਪੈਣਾ ਵਾ, ਕਿਤੇ ਇਹੋ ਜੀ ਗੱਲ ਨਾ ਹੋ ਜੇ ਵੀ ਉਹ ਕੋਈ ਵਚਨ ਕਰਨ ਤੇ ਤੂੰ ਕਾਲਿਆਂ ਪੈ ਕੇ ਕੋਈ ਗੱਲ ਹੋ ਜੇ ਤੇਰੇ ਕੋ ਤੇ ਇਹ ਗੱਲ ਨਾ ਹੋ ਜੇ ਕਿ ਆਪਣਾ ਕੰਮ ਜਿਹੜਾ ਵਾ ਜੀ ਵਿਗੜ ਜੇ। ਮੈਂ ਭਾਈ ਸਾਹਿਬ ਕੋਈ ਗੱਲ ਨਹੀਂ, ਮੈਂ ਪਿੱਛੇ ਹਟ ਕੇ ਬੈਠ ਗਿਆ ਭਾਈ ਸਾਹਿਬ, ਪਿੱਛੇ ਹਟ ਕੇ ਬੈਠ ਗਿਆ। ਮੈਂ ਇਹਨਾਂ ਨੂੰ ਆਲੀ ਹੁਣਾ ਪੂਰੇ ਨੂੰ ਇਹ ਵੀ ਗੱਲ ਆਖੀ ਖਾਪਰਗੜੀ ਨੂੰ, ਮੈਂ ਤੁਸੀਂ ਭਾਈ ਸਾਹਿਬ ਜੋੜੇ ਲਾਓ ਇੱਥੇ ਆ ਕੇ ਬੈਠ ਜਾਓ, ਆਪਾਂ ਬੈਠ ਕੇ ਜੋ ਵੀ ਵਿਚਾਰਿਆ ਆਪਾਂ ਬੈਠ ਕੇ ਕਰ ਲੈਂਦੇ ਆ, ਕੋਈ ਗੱਲ ਨਹੀਂ। ਇਹ ਗੱਲ ਕੀਤੀ ਹੈ ਬਿਲਕੁਲ 100% ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝ ਕੇ ਮੈਂ ਕਰਦਾ। ਇਹਨਾਂ ਕਿਹਾ ਗੱਲ ਇਦਾਂ ਨਹੀਂ ਹੋਏਗੀ ਅੱਜ, ਹਾਂ ਨਾ ਲਲਕਾਰਾ ਮਾਰਿਆ, ਗੱਲ ਇਦਾਂ ਨਹੀਂ ਹੋਏਗੀ। ਇਹ ਗੱਲ ਕਿਹਨੇ ਕਹੀ? ਇਹਨਾਂ ਆਪਣਾ ਭੂਰੇ ਨੇ। ਅੱਛਾ, ਇਦਾਂ ਨਹੀਂ ਗੱਲ ਹੋਏਗੀ, ਗੱਲ ਤਾਂ ਅੱਜ ਕਿਸ ਬੰਨੇ ਲੱਗੇਗੀ। ਪੂਰੇ ਕੋਨੇ ਨੇ ਗੱਲ ਕੀਤੀ? ਹਾਂ, ਵੀ ਇਹ ਗੱਲ ਜਿਹੜੀ ਹੈ ਇਹ ਅੱਜ ਲਾ ਕੇ ਜਾਣੀ ਆ। ਫਿਰ ਅਸੀਂ ਕਿਹਾ ਵੀ ਫਿਰ ਸਾਨੂੰ ਇਹ ਗੱਲ ਵੀ ਆਂਦੇ ਰਹੇ ਵੀ ਤੁਸੀਂ ਮੋਰਚਾ ਇੱਥੋਂ ਚੁੱਕ ਕੇ ਚਲੇ ਜਾਓ, ਨਹੀਂ ਤਾਂ ਬੁਰੀ ਕਰਾਂਗੇ। ਅਸੀਂ ਕਿਹਾ ਵੀ ਭਾਈ ਸਾਹਿਬ ਬੁਰੀ ਜਿੰਨੀ ਕਰਨੀ ਕਰ ਲਓ, ਜਿੰਨਾ ਚਿਰ ਸਤਿਗੁਰ ਦੇ ਸਰੂਪਾਂ ਦਾ ਹਿਸਾਬ ਨਹੀਂ ਦਿੱਤਾ ਜਾਂਦਾ ਉਹਨਾਂ ਚਿਰ ਅਸੀਂ ਨਹੀਂ ਇੱਥੋਂ ਹੀ ਲੈਣਾ। ਇਹਨਾਂ ਫਿਰ ਇੱਕਦਮ ਬੋਰਡ ਲਾਉਣੇ ਚਾਲੂ ਕਰਤੇ ਜਿਹੜੇ ਲੱਗੇ ਸਾਡੇ ਬੈਨਰ, ਇਹਨਾਂ ਥੱਲਿਓਂ ਦਰੀਆਂ ਖਿੱਚਣੀਆਂ ਚਾਲੂ ਕਰਤੀਆਂ। ਅਸੀਂ ਨਹੀਂ ਕੁਝ ਬੋਲੇ, ਕੁਝ ਨਹੀਂ ਬੋਲੇ। ਅਸੀਂ ਕਿਹਾ ਵੀ ਕੋਈ ਗੱਲ ਨਹੀਂ, ਲੈ ਜਾਣ ਦਰੀਆਂ ਇਹਨਾਂ ਨੂੰ। ਇਹ ਜਦੋਂ ਆ ਗਏ ਫਿਰ ਮਨਜੀਤ ਸਿੰਘ ਝਬਾਲ ਦੇ ਗੱਲ ਪਏ। ਖੋਸੇ ਤੋਂ ਬਾਅਦ ਮਨਜੀਤ ਸਿੰਘ ਝਬਾਲ ਨੂੰ ਲੈ ਕੇ ਤੂੰ ਗਏ। ਫਿਰ ਮੈਂ ਤਲਵਾਰ ਲੈ ਕੇ ਬਾਹਰ ਨਿਕਲਿਆ, ਮੈਂ ਕੱਢੀ ਅਮਿਆਨ ਚ, ਮਾਂ ਵੀ ਭਾਈ ਇਹ ਗਲਤ ਹੈ ਗੱਲ, ਮੈਂ ਕਿਸੇ ਤੇ ਚਲਾਈ ਨਹੀਂ। ਪਰ ਇਧਰੋਂ ਆ ਕੇ ਉਹਨੇ ਨਹੀਂ ਵੇਖਿਆ ਵੀ ਇਹਨੇ ਕਿਸੇ ਤੇ ਵਾਰ ਨਹੀਂ ਕੀਤਾ। ਗੱਲ ਮੀਡੀਆ ਦੇ ਵਿੱਚ ਵੀ ਆਉਂਦਾ ਵਾ, ਉਹ ਵਾਰ ਇਹਨਾਂ ਭੱਜ ਕੇ ਆ ਕੇ ਵਾਰ ਮੇਰੇ ਗੁੱਟ ਤੇ ਕੀਤਾ, ਮੇਰਾ ਗੁੱਟ ਵੜਦਾ। ਦੂਜਾ ਵਾਰ ਫਿਰ ਕਰਨਾ ਆ, ਫਿਰ ਮੈਂ ਉਹਦੇ ਅੱਗੇ ਜਿਹੜਾ ਦੋਹਰੇ ਵਾਰ ਕੀਤਾ। ਠੀਕ ਹੈ। ਹਾਂ, ਸਾਡੇ 3 ਸਿੰਘ ਲੜੇ, ਬਾਕੀ ਸਤਿਕਾਰ ਕਮੇਟੀ ਵਾਲਾ ਵੀਰ ਕੋਈ ਨਹੀਂ ਲੜਿਆ, ਕਿਉਂਕਿ ਇਹਨਾਂ ਨੂੰ ਇਦਾਂ ਹੀ ਲੈ ਗਏ ਆ ਧੋ ਕੇ। ਇਹਨਾਂ ਕਿਉਂਕਿ ਕਿਹਾ ਅਸੀਂ ਲੂਣ ਦੀ ਡਲੀ ਨਹੀਂ ਮਾਰਨੀ ਤੇ ਮੈਂ ਗਲਤ ਗੱਲ ਨਹੀਂ ਕਰਨੀ। ਜੋ ਵੀ ਆ, ਜੋ ਵੀ ਬਣਦਾ ਵਾ ਉਹ ਦਾਸ ਤੇ ਕੀਤੀ ਜਾਵੇ ਕਾਰਵਾਈ, ਕਿਉਂਕਿ ਜਿਹੜੀ ਦੂਜੀ ਸੰਗਤ ਆ ਉਹ ਨਜਾਇਜ਼ ਆ, ਜਾਂ ਭੈਣ ਨੂੰ ਪਾਇਆ ਉਹ ਨਜਾਇਜ਼ ਪਾਇਆ, ਤੇ ਕੋਈ ਵੀ ਕਾਰਵਾਈ ਹੈ ਇਸ ਚੀਜ਼ ਦਾ। ਪਰ ਤੁਹਾਡੇ ਤੇ ਵੀ ਕਿਉਂ ਕਰੇ? ਕਿਉਂਕਿ ਤੁਸੀਂ ਤਾਂ ਆਪਣੀ ਡਿਫੈਂਸ ਵਾਸਤੇ ਚਲਾਈ ਹੈ ਨਾ ਜੀ ਭਾਈ ਸਾਹਿਬ, ਉਹ ਤੇ ਡਿਫੈਂਸ ਵਾਸਤੇ ਚਲਾਈ ਹੈ ਨਾ। ਜੇ ਆਪਾਂ ਆਰਟੀਕਲ 25 ਦੀ ਵੀ ਗੱਲ ਕਰੀਏ, ਕਿਰਪਾਨ धारण करना और लेकर चलना सिख धर्म का अंग माना जाएगा। बिल्कुल जी, संविधानक राइट है ਤੁਹਾਨੂੰ ਆਪਣੇ ਨਾਲ ਕਿਰਪਾਨ ਲੈ ਕੇ ਚੱਲਣ ਦਾ। ਇਹ ਦੁਨੀਆ ਦੀ ਕੋਈ ਤਾਕਤ ਤੁਹਾਡਾ ਇਹ ਰਾਈਟ ਨਹੀਂ ਖੋ ਸਕਦੀ। ਸੰਵਿਧਾਨਕ ਰਾਈਟ ਆ ਗਿਆ, ਦੂਜੇ ਪਾਸੇ ਗੁਰੂ ਪਾਤਸ਼ਾਹ ਵੱਲੋਂ ਸਾਨੂੰ ਬਖਸ਼ੀ ਹੋਈ ਹੈ। ਇਹ ਦੋ ਚੀਜ਼ਾਂ ਆ ਗਈਆਂ, ਕਾਨੂੰਨੀ ਤੌਰ ਦੇ ਉੱਪਰ ਵੀ, ਧਾਰਮਿਕ ਤੌਰ ਦੇ ਉੱਪਰ ਵੀ। ਔਰ ਉਹਦੇ ਵਿੱਚ ਸੰਵਿਧਾਨਕ ਤੌਰ ਦੇ ਉੱਪਰ ਦੇਖਿਆ ਜਾਵੇ ਤਾਂ ਸਾਈਜ਼ ਨੀਅਤ ਨਹੀਂ ਹੈ ਵੀ ਸਾਈਜ਼ ਕਿੱਡਾ ਵੱਡਾ ਹੋ ਸਕਦਾ ਆ। ਫਿਰ ਗਜ਼ਬ ਦੀ ਗੱਲ ਕੀ ਹੈ ਵੀ ਤੁਹਾਡੇ ਤੇ ਪਹਿਲਾਂ ਵਾਰ ਕੀਤਾ, ਬਦਲੇ ਵਿੱਚ ਤੁਸੀਂ ਉਹ ਭਾਈ ਸਾਹਿਬ ਕਲੀਅਰ ਮੀਡੀਆ ਦੇ ਵਿੱਚ, ਹਾਂ, ਕਿਸੇ ਨੂੰ ਪੁੱਛਣ ਦੱਸਣ ਦੀ ਲੋੜ ਨਹੀਂ। ਉਦੋਂ ਦੀ ਮੀਡੀਆ ਵਾਇਰਲ ਹੋਣ ਦੀ ਅੱਜ ਵੀ ਚੱਲਣ ਦੀ ਹੈ। ਉਹ ਤੁਹਾਡੀ ਪਾਗਰ ਕਾ ਉਸ ਪਰਨਾ ਮੂੰਹ ਤੇ ਬੱਧਾ ਉਹ ਸਿੰਘ ਨੇ, ਜਿਹੜਾ ਸਿੰਘ ਕਹਿੰਦੇ ਵੀ ਉਹ 307 ਬਣ ਗਈ, ਉਹ ਹੋਈ ਆ ਸਰ ਜੀ। ਉਹ ਮੁੰਡਾ ਜਿਹੜਾ ਇੱਥੋਂ ਵੱਢਿਆ ਗਿਆ ਵਾ, ਅੱਛਾ, ਉਹ ਹੀ ਮੁੰਡਾ ਹੈ ਜਿਹੜਾ ਵੀ ਉਹਨੇ ਭੱਜ ਗਿਆ ਕਿ ਵਾਰ ਕੀਤਾ। ਤੇ ਉਹ ਬੰਦਾ ਜਿਹੜੇ ਬੰਦੇ ਹੁਣ ਤੁਹਾਡੇ ਤੇ ਜਿਨ੍ਹਾਂ ਨੇ ਅਟੈਕ, ਪਹਿਲੀ ਗੱਲ ਤੇ ਇਹ ਹੈ ਜਿਵੇਂ ਜਥੇਦਾਰ ਸਾਹਿਬ ਨੇ ਕਿਹਾ ਵੀ ਕੁੱਕਰ ਬਿਰਤੀ ਨਾ ਰੱਖੋ, ਔਰ ਤੁਸੀਂ ਉਹਨਾਂ ਦੀ ਹੁਣ ਪਛਾਣ ਕਰਨ ਨਾਲੋਂ ਜਿਹੜੇ ਮੇਨ ਮੁਖੀ ਬੰਦੇ ਨੇ, ਔਰ ਉਹਨਾਂ ਨੂੰ ਵੀ ਕਿਸੇ ਦਾ ਪਿੱਛੋਂ ਆਰਡਰ ਆਇਆ ਹੋਵੇਗਾ, ਕਿਤੇ ਨਾ ਕਿਤੇ ਤਾਰਾਂ ਤੁਹਾਨੂੰ ਲੱਗਦਾ ਵੀ ਬੜੀ ਦੂਰ ਤੱਕ ਜੁੜਦੀਆਂ। ਬਿਲਕੁਲ ਜੀ, ਇਹ ਸੁਖਬੀਰ ਬਾਦਲ ਤੱਕ ਤਾਰਾਂ ਮੈਂ ਥੱਲੇ ਤਾਰਾਂ ਨਹੀਂ ਆ। ਇਹ ਜੋ ਵੀ ਹੋਇਆ ਉਹਦੇ ਪੁੱਛ ਕੇ ਹੀ, ਜੋ ਉਹਦੇ ਕਾਨੂੰਨ ਹੈ। ਹੁਣ ਆਪਾਂ ਕੋਈ ਘਰ ਦਾ ਆਗੂ ਆ ਜਾਂ ਇਲਾਕੇ ਦਾ ਆਗੂ ਆ, ਉਹਦੇ ਪੁੱਛੇ ਤੋਂ ਬਗੈਰ ਕੰਮ ਜਿਹੜਾ ਘਰ ਦੇ ਵਿੱਚ ਨਹੀਂ ਹੁੰਦਾ। ਆਪਾਂ ਘਰ ਦਾ ਹੀ ਆਗੂ ਲਾ ਲਈਏ। ਬਾਕੀ ਤਾਂ ਏਡਾ ਤਗੜਾ ਸਿਸਟਮ ਹੈ ਸ਼੍ਰੋਮਣੀ ਕਮੇਟੀ। ਇਹ ਅੱਜ ਦਾ ਰੋਲਾ ਨਹੀਂ, ਇਹ 40 ਦਿਨ ਹੋ ਗਏ ਰੋਲਾ ਪੈਣ ਡਿਆ ਵੀ ਮਹਾਰਾਜ ਦੇ ਸਰੂਪਾਂ ਦਾ ਹਿਸਾਬ ਦੇਣਾ ਆਪਣਾ। ਇਹਨਾਂ ਬੰਦਿਆਂ ਨੇ ਵੇਖੋ ਵੀ ਆਪੇ ਹੀ, ਅਸੀਂ ਕੋਈ ਕਲੀਅਰ ਨਹੀਂ ਕੀਤਾ, ਕੋਈ ਸੰਗਤ ਨੇ ਕਲੀਅਰ ਨਹੀਂ ਕੀਤਾ। ਅਸੀਂ ਜਾ ਕੇ ਬੈਠ ਗਏ। ਅਸੀਂ ਇੱਕ ਚੀਜ਼ ਦਾ ਵੀ ਸਾਨੂੰ ਦੱਸ ਦੇਣ ਕਿ ਕੌਮ ਪ੍ਰਤੀ ਅਸੀਂ ਕਿੱਥੇ ਪਿੱਠ ਪਿੱਛੀ ਆ। ਅੱਜ ਸਾਨੂੰ ਇਹ ਬੰਦੇ ਸ਼੍ਰੋਮਣੀ ਕਮੇਟੀ, ਮੈਂ ਇੱਕ ਗੱਲ ਛੋਟੀ ਜੀ ਕਰਨੀ ਚਾਹੁੰਦਾ, ਕਰੋ ਜੀ ਕਰੋ। ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਵੱਲੋਂ ਮੈਨੂੰ ਕਈ ਬੰਦਿਆਂ ਨੇ ਪੁੱਛਿਆ ਵੀ ਕਹਿੰਦੇ ਵੀ ਉੱਥੇ ਪੁੱਛ ਰਹੇ ਆ ਕਿ ਵੀ ਉਹ ਦਿਲਬਾਗ ਸਿੰਘ ਕੌਣ ਸੀ, ਇਹਦਾ ਪਿਛੋਕੜ ਕੀ ਆ। ਹਾਂ, ਇਹਨਾਂ ਵੀਰਾਂ ਨੂੰ ਮੈਂ ਆਪਣਾ ਪਿਛੋਕੜ ਦੱਸ ਸਕਦਾ। ਬਿਲਕੁਲ ਜੀ, ਦੱਸੋ ਜੀ। ਜਦੋਂ ਜਲਿਆਂਵਾਲੇ ਬਾਗ ਅਟੈਕ ਹੋਇਆ, ਅੰਗਰੇਜ਼ਾਂ ਨੇ ਕੀਤਾ, ਉਦੋਂ ਮੇਰੇ ਦਾਦਾ ਜੀ ਵਿੱਚ ਸਨ। ਉਹਨਾਂ ਦੇ ਇੱਥੇ ਗੋਲੀ ਲੱਗੀ ਬਾਂਹ ਤੇ। ਠੀਕ ਹੈ। ਅਬਦੁਲ ਕਲਾਮ ਇਹਨਾਂ ਨੂੰ ਮਿਲਣਾ ਆ। ਹਾਂ, ਬਾਦਲ ਦੀ ਉਦੋਂ ਸਰਕਾਰੀ, ਬਾਦਲ ਖੁਦ ਜਿਹੜਾ ਵਾ ਇਹਨੂੰ ਮਿਲਾਇਆ ਅਬਦੁਲ ਕਲਾਮ। ਠੀਕ ਹੈ। ਜਦੋਂ ਸੰਤ ਭਿੰਡਰਾਂਵਾਲੇ ਜਰਨੈਲ ਸਿੰਘ ਜਦੋਂ ਆਪਣਾ ਧਰਮ ਯੁੱਧ ਮੋਰਚਾ ਖੋਲਿਆ, ਉਦੋਂ ਵੀ ਬਜ਼ੁਰਗ ਜਾਂ ਪਿਤਾ ਜੀ ਸਾਡੇ ਨਾਲ ਜਾਂਦੇ ਰਹੇ। ਠੀਕ ਹੈ। ਉਦੋਂ ਵੀ ਬਾਅਦ ਦੇ ਵਿੱਚ ਮਾਹੌਲ ਦੇ ਵਿੱਚ ਸਾਡੇ ਪਿਤਾ ਜੀ ਬਾਅਦ ਦੇ ਵਿੱਚ ਜਿਹੜੇ ਮਾਹੌਲ ਦੇ ਵਿੱਚ ਬਾਅਦ ਦੇ ਵਿੱਚ ਹੋਏ, ਜਦੋਂ ਸੰਤਾਂ ਤੇ ਅਟੈਕ ਹੋ ਗਿਆ ਦਰਬਾਰ ਸਾਹਿਬ, ਸਾਰੀ ਗੱਲਬਾਤ ਹੋ ਗਈ। ਉਹਦੇ ਬਾਅਦ ਦੇ ਵਿੱਚ ਫਿਰ ਇਹ ਮਾਹੌਲ ਦੇ ਵਿੱਚ ਸਾਡੇ ਪਿਤਾ ਜੀ ਸ਼ਹੀਦ ਬਾਬਾ ਪਿਆਰਾ ਸਿੰਘ ਜੀ ਉਹ ਚੱਲੇ। ਸੁਖਰਾਜ ਸਿੰਘ ਬੱਬੂ ਸਾਡਾ ਬ੍ਰਦਰ, ਹਰਮਿੰਦਰ ਸਿੰਘ ਪੰਥਕ ਕਮੇਟੀ ਮੈਂਬਰ ਆ, ਜਿਹੜਾ ਪੰਜਵੜ ਦਾ ਜਿਹੜਾ ਹੈਗਾ ਇਹ ਪੰਜਵੜ ਦਲਜੀਤ ਬਿੱਟੂ ਨਾਲ ਨਾ ਜੀ 5 ਮੈਂਬਰੀ ਕਮੇਟੀ ਦੇ ਵਿੱਚ ਹੀ ਉਹ ਮੇਰਾ ਭਰਾ ਹੀ ਬ੍ਰਦਰ ਸੀ ਜੀ।
ਤੇ ਇਹਨਾਂ ਬੰਦਿਆਂ ਨੂੰ ਮੈਂ ਇਹ ਦੱਸਣਾ ਚਾਹਣਾ ਕਿ ਸਾਡੇ ਪਿਛੋਕੜ ਬਾਰੇ ਤੁਸੀਂ ਨਾ ਹੀ ਖਿਆਲ ਕਰੋ ਤੇ ਚੰਗੀ ਗੱਲ ਆ। ਕਿਉਂਕਿ ਸਾਡਾ ਪਿਛੋਕੜ ਜਿਹੜਾ ਵਾ ਸਾਡਾ ਕੌਮ ਵਾਸਤੇ, ਕੌਮ ਪ੍ਰਤੀ ਪਹਿਲੇ ਦਿਨੋਂ ਹੀ ਸਿਰ ਦਿੰਦਾ ਹੋਇਆ ਤੇ ਅੱਜ ਵੀ ਸਿਰ ਦੇਣ ਲਈ ਤਿਆਰ ਆ। ਇਹ ਗ੍ਰੰਥ ਪੰਥ ਕਰਕੇ ਅਸੀਂ ਅੱਜ ਵੀ ਪਿੱਛੇ ਨਹੀਂ ਹਟ ਸਕਦੇ ਤੇ ਨਾ ਪਹਿਲਾਂ ਹੀ ਹਟੇ ਸੀ। ਇਹ ਕਰਕੇ ਮੈਂ ਇਹੋ ਵੀਰਾਂ ਨੂੰ ਬੇਨਤੀ ਕਰਦਾ ਕਿ ਜੇ ਕੋਈ ਜ਼ਿਆਦਾ ਪਿਛੋਕੜ ਦਾ ਤੁਹਾਨੂੰ ਕੋਈ ਸ਼ੱਕ ਆ ਤਾਂ ਪਿੰਡ ਸੁਲਤਾਨਵਿੰਡ ਵਰਦੇ ਨਹਿਰ ਤੋਂ ਪੁੱਛ ਲਿਓ ਕਿ ਸੁਲਤਾਨਵਿੰਡੀਏ ਜਿਹੜੇ ਆ ਕਾਵਾਂ ਦੇ ਉਹ ਕੌਣ ਨੇ, ਤੇ ਤੁਹਾਨੂੰ ਪਤਾ ਲੱਗ ਜਾਏਗਾ ਵੀ ਇਹ ਕੌਣ ਆ। ਪਰ ਇਹ ਤੁਹਾਡਾ ਪਿਛੋਕੜ ਉਧਰ ਨਹੀਂ ਨਾ ਜੋੜਦੇ, ਇਹ ਪਿਛੋਕੜ ਕਾਂਗਰਸ ਨਾਲ ਜੋੜੀ ਜਾਂਦੇ ਆ। ਇਹਦਾ ਕੀ ਮਤਲਬ ਹੋਇਆ? ਕਹਿੰਦੇ ਕਾਂਗਰਸ ਨੇ ਬਿਠਾਏ ਆ, ਕਾਂਗਰਸ ਕਰਵਾ ਰਹੀ। ਇਹ ਕੀ ਚੱਕਰ ਕੀ ਹੈ? ਤੁਹਾਨੂੰ ਕਾਂਗਰਸੀ ਕਿਉਂ ਸਾਬਤ ਕੀਤਾ ਜਾ ਰਿਹਾ ਹੈ? ਭਾਈ ਸਾਹਿਬ, ਪਹਿਲੀ ਗੱਲ ਤੇ ਵੇਖੋ, ਮੈਂ ਤੁਹਾਨੂੰ ਇਹ ਗੱਲ ਦਾ ਵੀ ਕਲੀਅਰ ਕਰਨਾ ਚਾਹੀਦਾ ਵੀ ਆਪਾਂ ਇਸ ਚੀਜ਼ ਨੂੰ ਕਲੀਅਰ ਕਰ ਹੀ ਦਈਏ। ਹਾਂ, ਜਿਹੜਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਆ, ਆਪਣੇ ਦੀਨ ਦੁਨੀਆ ਦੇ ਮਾਲਕ ਜੀ, ਕੀ ਉਹ ਕੱਲਾ ਅਕਾਲੀਆਂ ਦਾ ਨਹੀਂ, ਸਾਰੀ ਮਾਨਵਤਾ ਦਾ। ਉਹਦੇ ਵਿੱਚ ਕਾਂਗਰਸ ਨਹੀਂ ਆਉਂਦੀ, ਬਿਲਕੁਲ ਸਾਰੀ ਆ ਉਹ ਸਿੱਖ ਭਰਾ ਨਹੀਂ ਸਾਡੇ। ਉਹਦੇ ਵਿੱਚ ਆਮ ਪਾਰਟੀ ਵਾਲੇ ਸਿੱਖ ਭਰਾ ਨਹੀਂ ਸਾਡੇ ਆਉਂਦੇ। ਉਹਦੇ ਵਿੱਚ ਬੈਂਸ ਭਰਾ ਨਹੀਂ ਸਾਡੇ ਆਉਂਦੇ। ਕਿਹੜੇ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਵਸ ਜਾਂ ਵਰਲਡ ਦੇ ਵਿੱਚ ਸਿੱਖ ਵਸਦਾ ਵਾ, ਕੀ ਉਹ ਗੁਰੂ ਸਾਹਿਬ ਨੂੰ ਉਹ ਨਹੀਂ ਮੰਨਦੇ? ਇਕੱਲੇ ਕਾਲੀਆਂ ਦਾ ਹੀ ਗੁਰੂ ਹੈ ਇਹ, ਵੀ ਕਾਲੀਆਂ ਦੇ ਨਾਲ ਹੀ ਜਿਹੜਾ ਹੋਵੇ ਤੇ ਉਹੀ ਗੁਰੂ ਉਹਦਾ ਹੀ ਆ, ਦੂਜੇ ਦਾ ਗੁਰੂ ਹੀ ਕੋਈ ਨਹੀਂ। ਸਰਕਾਰਾਂ ਦੇ ਇੱਕ ਆਪਾਂ ਬੰਨੇ ਛੱਡ ਦਿੰਦੇ ਆ ਨਾ, ਆਪਾਂ ਇੱਕ ਉਸ ਤਰ੍ਹਾਂ ਗੱਲ ਕਰਦੇ ਆ। ਪਰ ਮੈਂ ਤਾਂ ਨਾ ਵੀ ਜੇ ਕਾਂਗਰਸ ਵੀ ਮਦਦ ਕਰਦੀ ਆ ਵੀ ਗੁਰੂ ਸਾਹਿਬ ਦਾ ਨਰਾਦਰ ਹੋਣ ਡਿਆ, ਕਾਂਗਰਸ ਮਦਦ, ਫਿਰ ਕਾਂਗਰਸ ਚੰਗੀ ਹੋਈ ਨਾ। ਆਪਾਂ ਇੱਕ ਗੱਲ ਕਰੀਏ ਨਾ, ਇਹ ਤੇ ਇੱਕ ਗੱਲ ਹੋ ਗਈ ਨਾ ਵੀ ਇਹ ਕੀ ਸੱਚਮੁੱਚ ਕੋਈ ਕਾਂਗਰਸੀ ਦੀ ਸਪੋਰਟ ਹੈ? ਬਿਲਕੁਲ ਨਹੀਂ ਭਾਈ ਸਾਹਿਬ, ਝੂਠੀਆਂ ਗੱਲਾਂ। ਇੱਕ ਸੁਖਜੀਤ ਸਿੰਘ ਖੋਸਾ ਉਹ ਦਾਸ ਦਾ ਵੀ ਉਦੋਂ ਦਿਲ ਕਰਦਾ ਸੀ, ਇਹ ਨਹੀਂ ਗੱਲ ਵੀ ਮੈਂ ਖੋਸੇ ਦੀ ਗੱਲ ਕਰਦਾ। ਦਾਸ ਦਾ ਵੀ ਦਿਲ ਉਦੋਂ ਕਰਦਾ ਸੀ ਜਦੋਂ ਲਾਂਘਾ ਖਿਲਾਇਆ ਸਿੱਧੂ ਨੇ, ਦਾਸ ਦਾ ਵੀ ਸਿਰ ਝੁੱਕ ਗਿਆ ਸਿੱਧੂ ਅੱਗੇ ਵੀ ਇਹ ਬੰਦਾ ਪਹਿਲਾ ਬੰਦਾ ਜਿਹੜਾ ਵਾ ਇਹ ਕੌਮ ਦੇ ਵਿੱਚ ਉੱਠਿਆ ਵਾ ਜਿਹਨੇ ਸਾਡਾ ਲਾਂਘਾ ਖਿਲਾਇਆ। ਉਹ ਬੜੀ ਦੇਰ ਦੀਆਂ ਦਾਸਾਂ। ਮੇਰਾ ਵੀ ਦਿਲ ਕਰਦਾ ਸੀ ਵੀ ਮੈਂ ਜਾ ਕੇ ਉਹ ਸਿੱਖ ਨੂੰ ਸਿੱਖ ਤੌਰ ਤੇ, ਕੋਈ ਸਿਆਸੀ ਤੌਰ ਤੇ ਨਹੀਂ, ਇੱਕ ਸਿੱਖ ਤੌਰ ਤੇ ਉਹ ਬੰਦੇ ਨੂੰ ਮੈਂ ਸਰੋਪਾ ਪਾ ਕੇ ਆਵਾਂ ਤੇ ਇੰਨੀ ਗੱਲ ਉਹਨੂੰ ਵਧਾਈ ਦੇ ਕੇ ਆਵਾਂ ਕਿ ਤੂੰ ਜਿਹੜਾ ਤਗੜਾ ਕੰਮ ਕਰਤਾ ਕੌਮ ਦਾ, ਏਡਾ ਕੋਈ ਨਹੀਂ ਸੀ ਕਰ ਸਕਦਾ। ਪਿਆਰ ਪ੍ਰਤੀ ਕਰਤਾਰਪੁਰ ਲੰਘੇ ਕਰਕੇ, ਨਾ ਕਿ ਕਿਸੇ ਰਾਜਨੀਤੀ ਕਰਕੇ। ਬਿਲਕੁਲ ਨਹੀਂ ਜੀ, ਬਿਲਕੁਲ। ਇਹ ਝੂਠੀਆਂ ਗੱਲਾਂ ਜੋ ਮਰਜ਼ੀ ਕਰੀ ਜਾਣ। ਹੁਣ ਵੇਖੋ, ਜਦੋਂ ਗੱਲ ਇਹਨਾਂ ਦੀ ਬੱਚੀ ਵਿਆਹੀ ਜਾਂਦੀ ਕਾਂਗਰਸੀਆਂ ਦਾ, ਉਦੋਂ ਕਾਂਗਰਸੀ ਇਹ ਚੰਗੇ, ਉਦੋਂ ਸਾਡੇ ਰਿਸ਼ਤੇਦਾਰ। ਤੇ ਜਦੋਂ ਕੋਈ ਕਾਂਗਰਸੀ ਦੀ ਫੋਟੋ ਕਿਸੇ ਦੂਜੇ ਨਾਲ ਵੇਖ ਲੈਂਦੇ ਆ ਤੇ ਉਦੋਂ ਫਿਰ ਉਹ ਪੰਥ ਵਿਰੋਧੀ ਹੋ ਜਾਂਦਾ। ਉਦਾਂ ਇਹਨਾਂ ਦੀ ਬੁਰਕੀ ਸਾਂਝੀ ਆ ਜੀ। ਕੈਪਟਨ ਇਹੋ ਹੀ, ਇਹ ਕੈਪਟਨ ਦਾ ਜਿਹੜਾ ਵਾ ਮੁੱਢ ਕਿੱਥੋਂ ਵੱਜਾ, ਕੌਣ ਬਣਨ ਵਾਲਾ? ਬਿਲਕੁਲ ਪਿਛੋਕੜ ਮਹਾਰਾਜ ਤੋਂ, ਤੇ ਦੂਜੀ ਗੱਲ ਇਹਨੂੰ ਕਾਲੀਆਂ 'ਚ ਪਹਿਲਾਂ ਹੀ ਕਾਲੀਆਂ ਨੇ ਮੁੱਢ ਵੱਧਾ ਇਹਦਾ ਕੈਪਟਨ ਦਾ। ਤੇ ਹੁਣ ਚੁੱਭਦਾ ਕਿਉਂ? 20 ਫੋਟੋਆਂ ਤੁਹਾਡੀਆਂ ਆਉਂਦੀਆਂ, ਪਰਿਵਾਰ ਬੈਠੇ ਨਾਲ ਸੰਡੇ ਜੋ ਤੁਸੀਂ, ਉਦੋਂ ਤੁਹਾਨੂੰ ਕੈਪਟਨ ਨਾਲ ਅਲਰਜੀ ਨਹੀਂ। ਤੇ ਅੱਜ ਕੌਮ ਦੀ ਜਦੋਂ ਕੌਮ ਆਵਾਜ਼ ਕੋਈ ਠਾਉਂਦੀ ਹੈ ਤੇ ਕਿਸੇ ਕੱਲੇ ਸਿੰਘ ਦੀ ਫੋਟੋ ਕੱਢ ਕੇ ਤਾਂ ਆਪਾਂ ਵਾਇਰਲ ਕਰਦੇ ਆ ਤੇ ਰੋਲਾ ਪਾਉਂਦੇ ਆ ਕਿ ਆਹ ਵੇਖੋ ਕਾਂਗਰਸੀ ਆ ਗਏ, ਇੱਥੇ ਕਾਂਗਰਸੀਆਂ ਮੋਰਚਾ ਲਾਤਾ। ਪਹਿਲੀ ਗੱਲ ਤੇ ਆਪਾਂ ਇਹ ਗੱਲ ਕਰ ਗਏ ਵੀ ਜਿਹੜਾ ਮੋਰਚਾ ਲੱਗਾ ਕੀ ਉਹ ਗਲਤ ਨੇ? ਇੱਥੋਂ ਫੈਸਲਾ ਇੱਥੋਂ ਹੋਣਾ। ਹਾਂ ਵੀ ਉਹ ਚੀਜ਼ ਦਾ ਸੰਗਤ ਕੋ ਵੀ ਇਸ ਚੀਜ਼ ਦਾ ਤੁਸੀਂ ਸਬੂਤ ਲੈ ਲਓ, ਸਾਰਿਆਂ ਕੋਲ ਲੈ ਲਓ। ਕੀ ਅਸੀਂ ਜਿਹੜੇ 328 ਸਰੂਪ ਸਾਡੀ ਮਿੰਨੀ ਪਾਰਲੀਮੈਂਟ ਆਏ, ਜੇ ਜਿਹੜੇ ਤਕੜੇ ਇਸ ਤਖਤ ਤੋਂ ਫੈਸਲੇ ਗਲਤ ਹੋਣ ਲੱਗ ਪਏ, ਸਾਡੇ ਤਖਤ ਤੋਂ, ਤੇ ਅਸੀਂ ਆਮ ਬੰਦਾ ਕਿੱਥੇ ਜਾਵਾਂਗੇ? ਕਿੱਥੇ ਆਸ ਰੱਖਾਂਗੇ? ਅਸੀਂ ਕਿਹਦੇ ਕੋਲ ਜਾਵਾਂਗੇ? ਨਹੀਂ, ਹੁਣ ਦੀ ਜਿਹੜੀ ਸਥਿਤੀ ਹੈ, ਸਿਚੁਏਸ਼ਨ ਹੁਣ ਦੀ ਹੈ, ਜਥੇਦਾਰ ਸਾਹਿਬ ਵੱਲੋਂ ਜਾਂ ਅਕਾਲ ਤਖਤ ਸਾਹਿਬ ਤੋਂ ਤੁਹਾਨੂੰ ਕੋਈ ਇਨਸਾਫ ਦੀ ਆਸ ਹੈ? ਬਿਲਕੁਲ ਨਹੀਂ ਜੀ। ਜਿਸ ਤਰ੍ਹਾਂ ਉਹਨਾਂ ਕੱਲ ਵੀ ਵੇਖੋ ਐਲਾਨ ਕਰਤਾ, ਉਸ ਬੰਦੇ ਨੇ ਕੋਈ ਸਾਂਝਾ ਬਿਆਨ ਦੇਣਾ ਚਾਹੀਦਾ ਸੀ, ਪਰ ਉਹ ਗੱਲ ਉਹਨੇ ਕਰਤੀ। ਬੜਾ ਵਧੀਆ ਲਿਖਣ ਦੇ, ਥੱਲੇ ਕਮੈਂਟ ਬੜੇ ਸੋਹਣੇ ਆਉਣ ਡੇ ਉਹਨੂੰ। ਕੋਈ ਬਾਦਲਾਂ ਦਾ ਡੱਬੂ ਲਿਖਣ ਡਿਆ, ਕੋਈ ਕੁਝ ਲਿਖਣ ਡਿਆ, ਬੜਾ ਮਤਲਬ। ਚਲੋ ਅਸੀਂ ਕਿਸੇ ਦੀ ਸ਼ਾਨ ਦੇ ਖਿਲਾਫ ਨਹੀਂ, ਪਰ ਫਿਰ ਵੀ ਕਹਿੰਦੇ ਹੁੰਦੇ ਆ ਵੀ ਸੰਗਤ ਬੜੀ ਸਿਆਣੀ ਆ, ਉਹਨਾਂ ਨੂੰ ਸਮਝ ਲੱਗ ਜਾਂਦੀ ਆ ਵੀ ਕਿਹੜਾ ਬੰਦਾ ਜਿਹੜਾ ਕਿਹੜੇ ਪੜੇ। ਹੁਣ ਪ੍ਰਿੰਟ ਮੀਡੀਆ ਨਹੀਂ ਹੈ, ਹੁਣ ਸੋਸ਼ਲ ਮੀਡੀਆ ਵੀ ਬੰਦੇ ਦਾ ਪਤਾ ਲੱਗ ਜਾਂਦਾ ਵੀ ਕਿਹਦੇ ਗੱਲ 'ਚ ਕਿਹਦਾ ਪਟਾ। ਇਹ ਜਿਹੜਾ ਵਾ ਇਹ ਬੰਦਾ ਬਾਦਲ ਲਾਗੇ ਬੈਠਾ ਵਾ ਤੇ ਇਹ ਉਹਦੀਆਂ ਸਿਫਤਾਂ ਦੇ ਪੁਲ ਬੰਨਣ ਡਿਆ, ਸ਼੍ਰੋਮਣੀ ਕਮੇਟੀ ਦੀਆਂ ਗੱਲਾਂ ਕਰਨ ਡਿਆ ਵੀ ਤੁਸੀਂ ਹੋਰ ਡਾਂਗਾ ਸੋ ਲਿਆਓ, ਮੈਂ ਤਾਂ ਇਹਨਾਂ ਦੇ ਮੂੰਹ ਭੰਨੂ। ਜਿਹੜੇ ਗੁਰੂ ਪ੍ਰਤੀ ਸੰਗਤ ਆਉਂਦੀ ਆ, ਉਹ ਹਿਸਾਬ ਪੁੱਛਣ ਸ਼ਾਂਤਮਈ ਆਉਂਦੀ ਹੈ, ਤੇ ਤੁਸੀਂ ਅੱਗੋਂ ਡਾਂਗਾ ਮਾਰਿਆ ਕਰੋ, ਉਹਨਾਂ ਦੇ ਮੱਥੇ ਦੇ ਸਿਰ 'ਚ ਮਾਰਿਆ ਕਰੋ ਵੀ ਉਹ ਮੰਗਣ ਕਿਉਂ ਆਉਂਦੇ ਆ। ਸੰਗਤੇ, ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸਾਰੀ ਸੰਗਤ ਆ ਕੇ
ਸਾਡਾ ਸਾਥ ਦੇਵੇ। ਸਾਰੇ ਨਿਹੰਗ ਸਿੰਘ ਜਥੇਬੰਦੀਆਂ ਦੇ ਅੱਗੇ ਬੇਨਤੀ ਆ ਵੀ ਉਹ ਤੁਹਾਨੂੰ ਵੀ ਗਲਤ ਬੋਲਦੇ ਰਹੇ। ਵੇਖੋ ਭੜਕਾਊ ਭਾਸ਼ਣ ਇਹਨਾਂ ਲੋਕਾਂ ਦੇ। ਅਸੀਂ ਕਿੱਥੇ ਬੋਲਿਆ ਜੀ? ਸਾਡੇ ਦੇ ਸਤਿਕਾਰ ਨਿਹੰਗ ਸਿੰਘ ਜਥੇਬੰਦੀਆਂ ਦੇ ਸਤਿਕਾਰਯੋਗ ਸਾਡੇ ਨਾਲ ਬੈਂਦੀਆਂ ਰਹੀਆਂ। ਭਾਈ ਗੱਜਨ ਸਿੰਘ ਜੀ ਸਾਡੇ ਨਾਲ ਬੈਠੇ ਨੇ। ਭਾਈ ਗੱਜਨ ਸਿੰਘ ਖੁਦ ਆ ਕੇ ਗਿਆ ਵੀ ਤੁਸੀਂ ਜਿਹੜੀ ਆ ਮਦਦ ਜਿਹੜੀ ਆ ਤੁਸੀਂ ਚੋਰਾਂ ਦੀ ਮਦਦ ਕਰਦੇ ਜੋ। ਅਲੀ ਭੂਰੇ ਨੂੰ ਲਲਕਾਰ ਕੇ ਕਹਿ ਕੇ ਗਏ ਨੇ ਵੀ ਤੁਸੀਂ ਚੋਰਾਂ ਦੀ ਮਦਦ ਕਰਦੇ ਜੋ। ਇੱਕ ਪੱਖ ਕਿਉਂ ਨਹੀਂ ਫੈਸਲਾ ਕਰਦੇ? ਜੇ ਰੱਬ ਵਰਗੀਆਂ ਸੰਗਤਾਂ ਬੈਠੀਆਂ। ਇਹ ਭਾਈ ਗੱਜਨ ਸਿੰਘ ਦੇ ਬਿਆਨ ਆ। ਫਿਰ ਸਤਿਕਾਰਯੋਗ ਸਾਡੇ ਸੁਰ ਸਿੰਘ ਵਾਲੇ ਬਾਬੇ ਭਾਈ ਸੰਤ ਬਾਬਾ ਅਵਤਾਰ ਸਿੰਘ ਜੀ, ਉਹਨਾਂ ਨੇ ਵੀ ਇਹੀ ਗੱਲ ਆਖੀ ਵੀ ਆਪਣਾ ਫਰਜ਼ ਬਣਦਾ ਕਿ ਜੇ ਆਪਾਂ ਬਿਆਨ ਦਿੱਤਾ ਵਾ, ਬਿਆਨ ਤੁਸੀਂ ਦਿੱਤਾ, ਇਹਨਾਂ ਨਹੀਂ ਦਿੱਤਾ। ਜੇ ਤੁਸੀਂ ਦੋਸ਼ੀ ਕੱਢੇ ਜਾਂ ਗੁਰੂ ਸਾਹਿਬ ਦੇ 328 ਸਰੂਪ ਕੱਢੇ ਤਾਂ ਤੁਸੀਂ ਕੱਢੇ, ਬਾਹਰ ਸੰਗਤ ਨੂੰ ਥੋੜਾ ਪਤਾ ਸੀ। ਅਸੀਂ ਤਾਂ ਵੇਖੋ ਅਨਪੜ੍ਹ ਜੇ ਬੰਦੇ, ਪੱਠੇ ਵੱਢ ਜੇ ਬੰਦੇ, ਅਸੀਂ ਤਾਂ ਇੱਕ ਗੁਰੂ ਦਾ ਦਰਦ ਲੈ ਕੇ ਬਹਿ ਗਏ। ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਹੀ ਕੋਈ ਨਹੀਂ ਜੀ। ਇੱਥੇ ਇੱਕ ਸੀਨੇ ਸੇਕ ਵੱਜਾ ਕਿ ਜੇ ਇਹਨਾਂ ਨਾਲ ਮਹਾਰਾਜ ਦੇ ਸਤਿਗੁਰ ਦੇ ਸਰੂਪ ਇਹ ਸਾਡੀ ਮਿੰਨੀ ਪਾਰਲੀਮੈਂਟ ਤੇ ਇਹ ਕੰਮ ਹੋਣ ਲੱਗ ਪਿਆ ਤੇ ਅਸੀਂ ਬਾਹਰ ਜਾ ਕੇ ਕਿਹਨੂੰ ਪੁੱਛਾਂਗੇ? ਅੱਖਾਂ 'ਚ ਅੱਥਰੂ ਰੋਣਾ ਆ ਜਾਂਦਾ। ਅੱਜ ਵੀ ਸਾਡੇ ਦਿਲ ਨੂੰ ਕੁਝ ਹੁੰਦਾ ਵਾ ਵੀ ਜਿੱਦਾਂ ਮਹਾਰਾਜ ਦੇ ਸਰੂਪ ਵੇਖੋ ਅਗਨ ਭੇਟ ਹੋ ਗਏ। ਪਹਿਲੋਂ ਇਹਨਾਂ ਚਾਰ ਦੱਸੇ ਝੂਠ ਇਹਨਾਂ ਦੇ ਕੀ ਅਸੀਂ ਕਿ ਕੌਮ ਨੇ ਜਾਂ ਕਿਸੇ ਆਗੂ ਨੇ ਕੋਈ ਇਹਨਾਂ ਦੇ ਤਲਵਾਰ ਕੋਈ ਰੱਖੀ ਸੀ ਇਹਨਾਂ ਦੇ ਗਲੇ ਦੇ ਵਿੱਚ ਵੀ ਤੁਸੀਂ ਝੂਠ ਬੋਲੋ? ਕੀ ਲੋੜ ਸੀ ਇਹਨਾਂ ਨੂੰ ਝੂਠ ਬੋਲਣ ਦੀ? ਅਗਨ ਭੇਟ ਮਹਾਰਾਜ ਦੇ ਸਰੂਪ ਹੋਏ, ਤੁਸੀਂ ਸਿੱਧੀ ਕਹਿੰਦੇ ਸਰਕਟ ਸਾਟ ਹੋਇਆ ਯਾਰ। ਉਹ ਮਹਾਰਾਜ ਅਗਨ ਭੇਟ ਹੋ ਗਏ। ਸੰਗਤ ਨੇ ਕਿਸੇ ਨੇ ਵਿਰੋਧ ਨਹੀਂ ਕੀਤਾ ਉਸ ਟਾਈਮ, ਪਰ ਇਹਨਾਂ ਬੰਦਿਆਂ ਫਿਰ ਝੂਠ ਬੋਲਿਆ ਜੀ। ਉਦੋਂ ਦਾ ਝੂਠ ਬੋਲਿਆ, ਹੁਣ ਇਹਨਾਂ ਨੂੰ ਜਿਹੜਾ ਫਿਰ ਕਲੀਅਰ ਕਰਨਾ ਪਿਆ। 80 ਸਰੂਪ ਹੁਣ ਅੱਜ ਦੱਸਦੇ ਨੇ ਵੀ ਅਗਨ ਭੇਟ ਹੋ ਗਏ। ਹੁਣ ਚਲੋ ਅਗਨ ਭੇਟ ਹੋ ਗਏ ਜਾਂ ਤੁਹਾਡੇ ਕੋਈ ਪਰਿਵਾਰ ਦਾ ਜੀ ਮਰ ਜਾਂਦਾ ਜਾਂ ਮੇਰੇ ਮਰ ਜਾਂਦਾ, ਆਪਾਂ ਦਸੀਂ ਦਿਨੀ ਕਰਦੇ ਆ ਅਰਦਾਸ ਹੁੰਦੀ, ਅਰਦਾਸ ਬੇਨਤੀ ਕਰਕੇ ਪਾਠ ਤੇ ਭੋਗ ਪਾਈਦਾ ਕਰ। ਆਪਾਂ ਇੰਜ ਕਹਿ ਸਕਦੇ ਹਾਂ ਕਿ ਜਿਵੇਂ ਤੁਸੀਂ ਦੱਸਿਆ ਵੀ ਤੁਹਾਨੂੰ ਅਕਾਲ ਤਖਤ ਸਾਹਿਬ ਤੋਂ ਇਸ ਵੇਲੇ ਨਿਆਂ ਦੀ ਆਸ ਨਹੀਂ ਹੈ ਤੇ ਪ੍ਰਸ਼ਾਸਨਿਕ ਤੌਰ ਦੇ ਉੱਪਰ ਵੀ ਨਹੀਂ ਹੈ। ਬਿਲਕੁਲ ਜੀ, ਦਿਲ ਦੀਆਂ ਗਹਿਰਾਈਆਂ ਤੋਂ ਅਸੀਂ ਤੁਹਾਡੇ ਧੰਨਵਾਦੀ ਹਾਂ। ਸੋ ਦਰਸ਼ਕੋ, ਇਹ ਸੀ ਵੀਰ ਦਿਲਬਾਗ ਸਿੰਘ, 7 ਮੈਂਬਰੀ ਕਮੇਟੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 328 ਲਾਪਤਾ ਸਰੂਪਾਂ ਦਾ ਹਿਸਾਬ ਮੰਗਣ ਦੇ ਲਈ ਆਪਣੀ ਸੀ। ਵੀਰ ਜੀ ਨੇ ਆਪਣੀ ਜ਼ੁਬਾਨ ਤੋਂ ਦੱਸਿਆ ਵੀ ਮੈਂ ਸੰਗਤ ਨੂੰ ਬੇਨਤੀ ਕਰਦਾ ਵਾਂ ਤੇ ਪ੍ਰਸ਼ਾਸਨ ਨੂੰ ਵੀ ਅਰਜ਼ ਗੁਜ਼ਾਰਦਾ ਵਾਂ ਕਿ CCTV ਕੈਮਰਿਆਂ ਦੀ ਫੁਟੇਜ ਦੇ ਆਧਾਰ ਦੇ ਉੱਪਰ ਫੈਸਲਾ ਕੀਤਾ ਜਾਵੇ, ਫੁਟੇਜ ਜਨਤਕ ਕੀਤੀ ਜਾਵੇ। ਪੰਥ ਦਾ ਦਰਦ ਰੱਖਣ ਵਾਲੇ ਵਕੀਲ ਜਿਹੜੇ ਨੇ ਉਹ ਸਾਥ ਦੇਣਗੇ ਤੇ ਉਹਦੇ ਵਿੱਚੋਂ ਕਾਫੀ ਕੁਝ ਨਿਕਲ ਕੇ ਬਾਹਰ ਆ ਜਾਵੇਗਾ। ਮੈਂ ਚਾਹੁੰਦਾ ਵਾਂ ਕਿ ਇਸ ਪੂਰੇ ਮਾਮਲੇ ਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਚਾਹੀਦਾ ਹੈ ਤਾਂ ਕਿ ਕੌਮ ਨੂੰ ਪਤਾ ਲੱਗੇ ਵੀ ਕੌਣ ਗਲਤ ਹੈ ਤੇ ਕੌਣ ਸਹੀ ਹੈ। ਸੋ ਦਰਸ਼ਕੋ, ਤੁਹਾਡੇ ਨਾਲ ਵਾਅਦਾ ਕਰਦਾ ਵਾਂ ਕਿ ਅਗਲੇ ਪ੍ਰੋਗਰਾਮ ਦੇ ਵਿੱਚ ਵੀ ਵੀਰ ਦਿਲਬਾਗ ਸਿੰਘ ਮੇਰੇ ਨਾਲ ਹੋਣਗੇ ਤੇ ਗੱਲਬਾਤ ਕਰਾਂਗੇ। ਜਿਹੜੇ ਸ਼ਰਾਬ ਦੇ ਇਲਜ਼ਾਮ ਸਮਝ ਨਹੀਂ ਆ ਰਹੀ ਵੀ ਸ਼ਰਾਬ ਅੰਦਰ ਗਈ, ਬੀਅਰ ਦੀਆਂ ਬੋਤਲਾਂ ਅੰਦਰੋਂ ਮਿਲੀਆਂ, ਇੱਥੋਂ ਤੱਕ ਜੀ ਤੁਹਾਨੂੰ ਬੜਾ ਕਲੀਅਰ ਹੈ ਵੀ ਬੀਅਰ ਦੀਆਂ ਬੋਤਲਾਂ ਅੰਦਰ ਚਲੀਆਂ ਗਈਆਂ। ਸਵਾਲ ਹੈ ਵੀ ਐਡੇ ਵੱਡੇ ਪ੍ਰਬੰਧ 'ਚ ਬੀਅਰ ਦੀਆਂ ਬੋਤਲਾਂ ਗਈਆਂ ਕਿਵੇਂ ਅੰਦਰ? ਉਸ ਮੈਟਰ ਦੇ ਉੱਪਰ ਵੀ ਗੱਲਬਾਤ ਕਰਾਂਗੇ। ਸੋ ਜਲਦੀ ਤੁਹਾਡੀ ਸੇਵਾ ਵਿੱਚ ਹਾਜ਼ਰ ਹੋ ਰਿਹਾ ਮੈਂ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।